ਸਾਡੇ ਮਰ ਚੁੱਕੇ ਅਜੀਤ ਦੁਬਾਰਾ ਜੀ ਉੱਠਣਗੇ। ਇਹ ਇੱਕ ਅਜਿਹਾ ਸਵਾਲ ਹੈ ਕਿ ਮਿਸ਼ਨਰੀ ਕਿਵੇਂ ਤੁਹਾਡੇ 'ਤੇ ਅਟੈਕ ਕਰਦੇ ਨੇ, ਕਿਵੇਂ ਤੁਹਾਨੂੰ ਆਪਣੇ ਵੱਲ ਲੈ ਕੇ ਜਾਂਦੇ ਨੇ, ਕਿਵੇਂ ਤੁਸੀਂ ਤੁਹਾਡੇ ਬੂਹੇ 'ਤੇ ਆ ਕੇ ਖੜ੍ਹ ਜਾਂਦੇ ਨੇ। ਇਹ 2017 ਦੀ ਗੱਲ ਹੈ, ਮੈਂ ਪਟਿਆਲੇ ਰਹਿ ਰਿਹਾ ਸੀ ਅਤੇ ਮੇਰੇ ਘਰ ਦੀ ਘੰਟੀ ਵੱਜੀ ਅਤੇ ਮੈਂ ਜਦੋਂ ਬਾਹਰ ਆਇਆ ਤਾਂ ਉੱਥੇ ਦੇਖਿਆ ਵੀ 2 ਬੰਦੇ ਖੜ੍ਹੇ ਨੇ ਜਿਨ੍ਹਾਂ ਦੀ ਉਮਰ 58 ਕੁ ਸਾਲ ਦੇ ਲਾਗੇ ਸੀ, 58-50 ਤੋਂ ਉੱਪਰ ਹੀ ਸੀ ਉਹ। ਅਤੇ ਉਹਨਾਂ ਨੇ ਮੇਰੇ ਇੱਕ ਪੰਫਲੇਟ ਜਾਂ ਮੇਰੇ ਹੱਥ 'ਚ ਫੜਾ ਕੇ ਅਤੇ ਉਹਦੇ 'ਤੇ ਲਿਖਿਆ ਕਿ ਸਾਡੇ ਮਰ ਚੁੱਕੇ ਅਜੀਤ ਜੀ ਦੁਬਾਰਾ ਜੀ ਉੱਠਣਗੇ। ਇਹ ਮੈਂ ਆਰਟੀਕਲ ਸਪੈਸ਼ਲ ਫਿਰ ਲਿਖਿਆ, ਮਤਲਬ 3-4 ਪੇਜਾਂ ਦਾ ਹੈ ਆਈ ਥਿੰਕ। ਤਾਂ ਇਹ 7 ਪੇਜਾਂ ਦਾ ਆਰਟੀਕਲ ਹੈ ਅਤੇ ਮੈਂ ਉਹਦੇ 'ਤੇ ਭੇਜਣ ਦੀ ਕੋਸ਼ਿਸ਼ ਵੀ ਕੀਤੀ 2-3 ਅਖਬਾਰਾਂ ਵੱਲ, ਉਹਨਾਂ ਨੇ ਨਹੀਂ ਛਾਪਿਆ, ਉਹ ਵੱਖਰੀ ਗੱਲ ਹੈ। ਪਰ ਮੈਂ ਲਿਖ ਕੇ ਰੱਖ ਲਿਆ ਔਰ ਮੈਂ ਬੜਾ ਹੈਰਾਨ ਹੋਇਆ ਤਾਂ ਮੈਨੂੰ ਖੁਸ਼ੀ ਹੋਈ ਵੀ ਮੈਂ ਉਹਨਾਂ ਦਾ ਬੜਾ ਮੂੰਹ ਤੋੜ ਜਵਾਬ ਦਿੱਤਾ। ਮੈਨੂੰ ਲੱਗਦਾ ਵੀ ਉਹ ਅੱਗੇ ਤੇ ਸ਼ਾਇਦ ਉਹ ਪ੍ਰਚਾਰ ਕਰਨਾ ਸ਼ਾਇਦ ਬੰਦ ਕਰ ਗਏ ਹੋਣਗੇ। ਮੈਨੂੰ ਇਸ ਤਰ੍ਹਾਂ ਲੱਗਿਆ, ਜਿਸ ਤਰ੍ਹਾਂ ਦੇ ਉਹਨਾਂ ਦੇ ਹਾਵ ਭਾਵ ਦੇਖੇ ਆ, ਉਹ ਬੜੇ ਉਤਸ਼ਾਹ ਦੇ ਵਿੱਚ ਆਏ ਸੀ। ਮੈਂ ਉਹਨਾਂ ਨੂੰ ਬੜੀ ਲਾਹਨਤ ਪਾਈ, ਮੈਂ ਕਿਹਾ ਤੁਸੀਂ ਨਾ ਮਰਨ ਦੇ ਕੰਢੇ ਬੈਠੇ ਹੋ, ਤੁਹਾਡੇ ਕੋਲ 20-25 ਸਾਲ ਵੱਧ ਤੋਂ ਵੱਧ ਹੋਰ ਹੋਣਗੇ, 50-60 ਦੇ ਤੁਸੀਂ ਪਹੁੰਚ ਚੁੱਕੇ ਹੋ ਅਤੇ ਤੁਸੀਂ ਅਜੇ ਤੱਕ ਨਹੀਂ ਸਮਝੇ ਕਿਉਂ ਤੁਸੀਂ ਭਰਮਾਉਂਦੇ ਹੋਏ ਕੀ ਕਰਨਾ, ਤੁਸੀਂ ਆਪਣੇ ਜੀਆਂ ਨੂੰ ਉਠਾ ਕੇ ਜਿਹੜੇ ਮਰ ਚੁੱਕੇ ਨੇ ਅਜੀਤ ਤੁਹਾਡੇ ਆ ਕੇ ਕੀ ਕਰਨਾ ਉਹਨਾਂ ਨੂੰ। ਬੜੇ ਸਵਾਲ ਹੋਏ ਆ, ਮੈਂ ਵਿੱਚੋਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਵੀ ਉਹਨਾਂ ਨਾਲ ਕਿਹੋ ਜਿਹਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੈਂ ਫਿਰ ਕੀ ਜਵਾਬ ਦਿੱਤੇ ਆ। ਫਿਰ ਮੈਂ ਇਹ ਆਰਟੀਕਲ ਬਣਾਇਆ, ਨਾਲ ਦੀ ਨਾਲ ਲਿਖਿਆ। ਉਸ ਦਿਨ ਮੈਂ ਬਿਲਕੁਲ ਹੀ ਫਰੀ ਨਹੀਂ ਸੀ ਹੈਗਾ, ਬਿਲਕੁਲ ਹੀ ਮੇਰੇ ਕੋਲ ਸਮਾਂ ਨਹੀਂ ਸੀ ਹੈਗਾ ਅਤੇ ਮੈਂ ਕਈ ਕੰਮ ਕਰਨੇ ਸੀ। ਪਰ ਜਦੋਂ ਉਹਨਾਂ ਨਾਲ ਗੱਲ ਸ਼ੁਰੂ ਹੋਈ ਤਾਂ ਘੰਟਾ, 1 ਘੰਟਾ, ਸਵਾ ਘੰਟਾ ਅਸੀਂ ਉਸ ਦਰਵਾਜ਼ੇ 'ਤੇ ਖੜ੍ਹੇ, ਉਸ ਆਪਣੇ ਗੇਟ 'ਤੇ ਖੜ੍ਹੇ ਸਾਡਾ ਨਿਕਲ ਗਿਆ, ਪਤਾ ਨਹੀਂ ਲੱਗਿਆ। ਉਸ ਤੋਂ ਬਾਅਦ ਮੈਂ ਇੰਨਾ ਪ੍ਰਭਾਵਿਤ ਹੋਇਆ, ਮੈਂ ਸੋਚਦਾ ਰਿਹਾ ਵੀ ਗੱਲ ਕੀ ਹੋਈ ਯਾਰ, ਲੋਕ ਕਿੱਥੇ ਹੈ। ਸੁਣਿਆ ਬੜਾ ਸੀ ਈਸਾਈਆਂ ਦੇ ਬਾਰੇ ਵੀ ਇੱਦਾਂ ਕਰਦੇ ਨੇ, ਉੱਦਾਂ ਕਰਦੇ ਨੇ, ਵੀ ਯਾਰ ਇਹ ਤਾਂ ਬੜਾ ਬੰਦੇ ਦਾ ਦਿਮਾਗ ਹਿਲਾ ਦਿੰਦੇ ਨੇ, ਵੀ ਬੰਦਾ ਸੋਚਣ 'ਤੇ ਮਜਬੂਰ ਹੋ ਜਾਂਦਾ। ਮੈਨੂੰ ਬੜੀ ਖੁਸ਼ੀ ਹੋਈ ਵੀ ਮੈਂ ਜਦੋਂ ਉਹਨਾਂ ਨੇ ਇਹ ਸਵਾਲ ਕੀਤਾ ਵੀ ਕੀ ਸਾਡੇ ਮਰ ਚੁੱਕੇ ਅਜੀਜ਼ ਦੁਬਾਰਾ ਜੀ ਉੱਠਣਗੇ, ਕੀ ਤੁਸੀਂ ਆਪਣੇ ਅਜੀਜ਼ਾਂ ਨੂੰ ਜਿੰਦਾ ਕਰਨਾ ਚਾਹੋਗੇ। ਮੈਂ ਉਹਨਾਂ ਵੱਲ ਬੜਾ ਹੈਰਾਨੀ ਨਾਲ ਦੇਖਿਆ ਅਤੇ ਤੱਕਿਆ ਅਤੇ ਮੈਂ ਕਿਹਾ ਯਾਰ ਕੀ ਕਹੀ ਜਾਂਦੇ। ਮੈਨੂੰ ਬੜਾ ਤਰਸ ਜਿਹਾ ਆਇਆ ਉਹਨਾਂ ਨੂੰ ਦੇਖ ਕੇ ਅਤੇ ਮੁੜ ਕੇ ਮੈਂ ਕਿਹਾ ਨਹੀਂ, ਮੈਂ ਨਹੀਂ ਜਿਉਂਦਾ ਕਰਨਾ ਚਾਹੁੰਦਾ। ਉਹ ਮੈਨੂੰ ਮੇਰੇ ਦੁਆਰਾ ਉਹ ਦੇਖ ਕੇ ਹੈਰਾਨ ਹੋ ਗਏ ਅਤੇ ਇੱਕਦਮ ਕਹਿੰਦੇ ਤੁਸੀਂ ਕਿਉਂ ਨਹੀਂ ਕਰਨਾ ਚਾਹੁੰਦੇ, ਕੀ ਤੁਹਾਨੂੰ ਲੱਗਦਾ ਨਹੀਂ ਵੀ ਉਹ ਜੀਂਦੇ ਹੋਣਗੇ, ਵੀ ਅਸੀਂ ਇਹ ਸੰਭਵ ਹੀ ਨਹੀਂ ਹੈਗਾ। ਮੈਂ ਕਿਹਾ ਜੇ ਹੋ ਵੀ ਜਾਣ ਤਾਂ ਆਪਾਂ ਮੈਂ ਨਹੀਂ ਕਰਨਾ ਚਾਹੁੰਦਾ, ਮੈਨੂੰ ਕੀ ਲੋੜ ਆ। ਮੈਂ ਉਹਨਾਂ ਨੂੰ ਕਿਹਾ ਵੀ ਇਹ ਪੰਕਤੀਆਂ ਜਿਹੜੀਆਂ ਤੁਸੀਂ ਮੈਨੂੰ ਦੇ ਰਹੇ ਹੋ ਕਦੋਂ ਕਿ ਲਿਖੀਆਂ ਗਈਆਂ। ਅਤੇ ਫਿਰ ਉਹ ਕਹਿੰਦੇ ਵੀ ਇਹ 2000 ਸਾਲ ਤੋਂ ਮਤਲਬ ਪਹਿਲਾਂ ਦੀਆਂ ਗੱਲਾਂ ਹੈਗੀਆਂ ਅਤੇ ਵੀ ਜਦੋਂ ਆਦਮ ਅਤੇ ਹਵਾ ਇਸ ਸੰਸਾਰ 'ਚ ਆਏ ਉਦੋਂ ਤੋਂ ਹੀ ਉਹਨਾਂ ਨੂੰ ਸ਼ੈਤਾਨ ਆਪਣੇ ਵੱਸ ਦੇ ਵਿੱਚ ਕਰ ਲਿਆ ਅਤੇ ਹੁਣ ਸਾਡੇ ਜਿਹੜੇ ਅਜੀਜ਼ ਆ ਉਹ ਕਬਰਾਂ ਦੇ ਵਿੱਚ ਪਏ ਨੇ ਅਤੇ ਅਸੀਂ ਉਹਨਾਂ ਨੂੰ ਧਰਮ ਦੇ ਰਸਤੇ ਚੱਲ ਕੇ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਜਿਉਂਦਾ ਕਰਾਂਗੇ ਤਾਂ ਕਿ ਅਸੀਂ ਆਪਣੇ ਜਿਹੜੇ ਈਸਟ ਦੀ ਜਿਹੜੀ ਹੈ ਉਹ ਮਦਦ ਕਰਾਂਗੇ। ਸੋ ਕਿੱਦਾਂ ਉਹਨਾਂ ਨੇ 1-2 ਗੱਲਾਂ ਮੈਂ ਤੁਹਾਨੂੰ ਪੜ੍ਹਦਾ ਵਿੱਚ ਸੁਣਾਉਂਦਾ ਏ। ਸੱਚ ਦੱਸਾਂ ਤਾਂ ਮੈਨੂੰ ਉਹਨਾਂ 'ਤੇ ਤਰਸ ਆ ਗਿਆ। ਮੈਂ ਇੱਕਦਮ ਪੇਪਰ ਵਾਪਸ ਕਰਦਿਆਂ ਉੱਤਰ ਦਿੱਤਾ ਨਹੀਂ। ਉਹਨਾਂ ਨੂੰ ਆਸ ਸੀ ਕਿ ਮੈਂ ਹਾਂ ਵਿੱਚ ਜਵਾਬ ਦੇਵਾਂਗਾ, ਪਰ ਹੋਇਆ ਵਿਪਰੀਤ। ਫਿਰ ਕੀ ਲਗਭਗ 1 ਘੰਟਾ ਦਰਵਾਜ਼ੇ 'ਤੇ ਹੀ ਸਾਡੀ ਵਿਚਾਰ ਚੱਲੀ। ਬਾਅਦ ਵਿੱਚ ਮੈਨੂੰ ਖੇਦ ਵੀ ਹੋਇਆ ਕਿ ਮੈਨੂੰ ਯਾਰ ਉਹਨਾਂ ਨੂੰ ਅੰਦਰ ਬਿਠਾਉਣਾ ਚਾਹੀਦਾ ਸੀ। ਕੋਈ ਵੀ ਸਾਡੇ ਦਰ 'ਤੇ ਆਵੇ, ਚਾਹੇ ਉਹ ਦੁਸ਼ਮਣੀ ਹੈ, ਉਹਨੂੰ ਚਲੋ ਪਾਣੀ ਨੂੰ ਤਾਂ ਪੁੱਛਣਾ ਹੀ ਚਾਹੀਦਾ, ਪਰ ਗੱਲਾਂ ਹੀ ਇੱਦਾਂ ਚੱਲਦੀਆਂ ਰਹੀਆਂ ਵੀ ਪਤਾ ਹੀ ਨਹੀਂ ਲੱਗਿਆ ਘੰਟਾ ਕਿੱਥੇ ਗਿਆ। ਖੈਰ ਉਹਨਾਂ ਨੇ ਮੈਨੂੰ ਉਲਟਾ ਪ੍ਰਸ਼ਨ ਕੀਤਾ, ਕਿਉਂ ਨਹੀਂ ਤੁਸੀਂ ਆਪਣੇ ਪਿਆਰਿਆਂ ਨੂੰ ਜਿਉਂਦਾ ਕਰਨਾ ਨਹੀਂ ਚਾਹੁੰਦੇ। ਉਹਨਾਂ ਨੇ ਆਪਣੀ ਗੱਲ ਨੂੰ ਸਿੱਧ ਕਰਨ ਲਈ ਲੰਬੀ ਭੂਮਿਕਾ ਬੰਨੀ। ਮੇਰਾ ਕੋਈ ਜਵਾਬ ਪੂਰਾ ਨਹੀਂ ਹੋਣ ਦਿੰਦੇ ਸਨ। ਮੈਂ ਉਹਨਾਂ ਨੂੰ ਕਿਹਾ ਕਿ ਇਹ ਜੋ ਪੰਕਤੀਆਂ ਮੈਨੂੰ ਤੁਸੀਂ ਪੜ੍ਹ ਕੇ ਸੁਣਾਈਆਂ ਨੇ ਕਦੋਂ ਲਿਖੀਆਂ ਗਈਆਂ। ਉਹਨਾਂ ਨੇ ਜਲਦੀ ਨਾਲ ਜਵਾਬ ਦਿੱਤਾ ਕਿ 2000 ਸਾਲ ਪਹਿਲਾਂ। ਮੈਂ ਕਿਹਾ ਕਿ ਚਲੋ ਠੀਕ ਹੈ, ਮੈਂ ਤੁਹਾਨੂੰ 500 ਸਾਲ ਦੇ ਅੰਦਰ ਹੀ ਜਵਾਬ ਦੇਵਾਂਗਾ। ਮੈਂ ਕਿਹਾ ਕਿ ਕੁਦਰਤ ਦਾ ਨਿਯਮ ਹੈ, ਜੋ ਪੈਦਾ ਹੋਇਆ ਹੈ ਉਸ ਦਾ ਅੰਤ ਤਾਂ ਤੈਅ ਨਿਸ਼ਚਿਤ ਹੈ, ਇਸ ਲਈ ਮੈਂ ਕੁਦਰਤ ਜਾਂ ਸ੍ਰਿਸ਼ਟੀ ਦੇ ਨਿਯਮਾਂ ਦੇ ਉਲਟ ਨਹੀਂ ਜਾ ਸਕਦਾ। ਇਹ ਇੱਕ ਧਾਰਮਿਕ ਵਿਸ਼ਾ ਹੋਣ ਦੇ ਨਾਤੇ ਮੈਂ ਜਿਸ ਧਰਮ ਬਾਰੇ ਤਿਨਕਾ ਮਾਤਰ ਜਾਣਕਾਰੀ ਰੱਖਦਾ ਉਸ ਸੰਦਰਭ ਵਿੱਚ ਹੀ ਆਖਾਂਗਾ। ਮੇਰਾ ਧਰਮ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ। ਸੋ ਮੈਂ ਉਹਨਾਂ ਨੂੰ ਕਿਹਾ ਵੀ ਮੈਂ 500 ਸਾਲ ਦੇ ਵਿੱਚ ਦੀ ਜਿਹੜੀ ਗੱਲ ਹੈ, ਮੈਂ 500 ਸਾਲ ਦਾ ਮਤਲਬ ਇਸੇ ਸੀ ਵੀ ਜਿਹੜਾ ਸਿੱਖ ਧਰਮ ਦਾ ਫਲਸਫਾ ਜਿਹੜਾ ਆਇਆ ਹੈ ਉਹ ਜਾਂ ਸਾਨੂੰ ਦਿੱਤਾ ਗਿਆ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਸੀ, ਅਤੇ ਉਹਦੇ ਹਿਸਾਬ ਨਾਲ ਕੀ ਹੈਗਾ ਮੈਂ ਉਹੀ ਗੱਲ ਕਰਾਂਗਾ। ਜਦ ਕਿ ਮੈਂ ਬਹੁਤਾ ਵੱਡਾ ਵਿਦਵਾਨ ਨਹੀਂ ਹੈਗਾ। ਮੈਂ ਅੱਗੇ ਜਾ ਕੇ ਵੀ ਗੱਲ ਕਹੀ ਸੀ ਵੀ ਜੇ ਮੇਰੇ ਕੋਈ ਚੰਗਾ ਵਿਦਵਾਨ ਹੁੰਦਾ ਉਹਨਾਂ ਨੂੰ ਹੋਰ ਵਧੀਆ ਉੱਤਰ ਦਿੰਦੇ, ਪਰ ਤਸੱਲੀ ਮੈਂ ਵੀ ਪੂਰੀ ਕਰਵਾ ਦਿੱਤੀ ਸੀ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ
ਸਪਸ਼ਟ ਹੈ ਕਿ ਇਹ ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਹੁਕਮ ਵਿੱਚ ਹੀ ਮਨੁੱਖ ਆਉਂਦਾ ਹੈ ਤੇ ਮਨੁੱਖ ਜਾਂਦਾ ਹੈ। ਤੇ ਮੈਂ ਕਈ ਜਿਹੜੇ ਹੈਗੇ ਆ ਗੁਰਬਾਣੀ ਦੇ ਫਰਮਾਨ ਦਿੱਤੇ, ਉਹਨਾਂ ਨੂੰ ਜਿੰਨੇ ਕੁ ਮੈਨੂੰ ਯਾਦ ਸੀ, ਜਦੋਂ ਮੈਂ ਫਿਰ ਆਰਟੀਕਲ ਲਿਖਿਆ ਫਿਰ ਮੈਂ ਹੋਰ ਵੀ ਜਿਹੜੇ ਸਰਚ ਕਰਕੇ ਉਹ ਲਿਖੇ। ਮੈਂ ਜਿਹਦੇ ਵਿੱਚ ਲਿਖਿਆ ਵੀ ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦਿਸੈ ਜਗਤ ਉਪਾਇਆ, ਹੁਕਮੇ ਸੁਰਗ ਮਚ ਪਿਆਲਾ, ਹੁਕਮੇ ਕਲਾ ਰਹਾਇੰਦਾ, ਹੁਕਮੇ ਆਵੈ ਹੁਕਮੇ ਜਾਏ, ਆਗੈ ਪਾਛੈ ਹੁਕਮ ਸਮਾਏ। ਪੰਨਿਆਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਅੰਗ ਦੇ ਨਾਲ ਮੈਂ ਕਈ ਜਿਹੜੇ ਫਰਮਾਨ ਜਿਹੜੇ ਲਿਖੇ। ਸਾਡੇ ਗੁਰੂ ਨੇ ਸਾਨੂੰ ਉਸਦੇ ਭਾਣੇ ਵਿੱਚ ਚੱਲਣਾ ਸਿਖਾਇਆ, ਇਸ ਕਰਕੇ ਮੈਂ ਕਦੇ ਨਹੀਂ ਚਾਹਾਂਗਾ ਅਜਿਹਾ ਹੋਵੇ ਵੀ ਉਹ ਜੀਂਦੇ ਹੋਣ ਦੁਬਾਰਾ। ਜੋ ਭਾਣੇ ਸੀ ਚੱਲ ਰਿਹਾ ਉਸੇ ਦੇ ਭਾਣੇ ਵਿੱਚ ਭਾਣਾ ਮੰਨਣਾ, ਭਾਣਾ ਮਿੱਠਾ ਕਰਕੇ ਮੰਨਣਾ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ। ਚਾਹੇ ਉਹ ਆਰਿਆਂ 'ਤੇ ਹੋਈਏ, ਚਾਹੇ ਜੰਗਲਾਂ 'ਚ ਹੋਈਏ, ਚਾਹੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੀਏ, ਜਿੱਥੇ ਵੀ ਹੈ ਅਸੀਂ ਖੁਸ਼ੀ ਔਰ ਗਮੀ ਦੇ ਵਿੱਚ ਉਹਦੇ ਭਾਣੇ ਨੂੰ ਮੰਨਣ ਦਾ ਜਿਹੜਾ ਹੈਗਾ ਸਾਡਾ ਗੁਰਮਤਿ ਦਾ ਫਲਸਫਾ ਹੈ, ਉਹੀ ਅਸੀਂ ਸਿੱਖਿਆ ਹੈ। ਸੋ ਸਾਨੂੰ ਸਾਰਿਆਂ ਨੂੰ ਉਸ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਮੈਂ ਪੁੱਛਿਆ ਕਿ ਭਲਾ ਅਸੀਂ ਆਪਣੇ ਅਜ਼ੀਜ਼ ਜਿਉਂਦੇ ਕਿਉਂ ਕਰਨੇ ਹਨ। ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਅਸੀਂ ਜਿਉਂਦੇ ਕੀ ਕਰਨ ਲੱਗੇ ਉਹਨਾਂ ਨੂੰ ਵੀ। ਉਹ ਕਹਿੰਦੇ ਪਰਮਾਤਮਾ ਆਪਣੇ ਅਜ਼ੀਜ਼ ਦੇ ਬਦਲੇ ਲਈ ਅਤੇ ਸ਼ੈਤਾਨ ਦੇ ਸਕੰਜੇ ਤੋਂ ਇਨਸਾਨਾਂ ਨੂੰ ਕੱਢਣ ਲਈ ਕਬਰਾਂ ਵਿੱਚ ਦਫਨ ਆਪਣੇ ਬੰਦਿਆਂ ਨੂੰ ਫਿਰ ਜਿੰਦਾ ਕਰਨਗੇ। ਅਜ਼ੀਜ਼ ਤੋਂ ਮਤਲਬ ਉਹਨਾਂ ਦਾ ਇਹ ਸੀ ਕਿ ਯੀਸ਼ੂ ਜੀ ਤੇ ਉਹਨਾਂ ਦਾ ਬਦਲਾ ਲੈਣ ਲਈ, ਤੇ ਸ਼ੈਤਾਨ ਦੇ ਸ਼ਿਕੰਜੇ ਤੋਂ ਇਨਸਾਨਾਂ ਨੂੰ ਕੱਢਣ ਲਈ ਜਿਹੜੇ ਕਬਰਾਂ ਵਿੱਚ ਦਫਨ ਬੰਦੇ ਹੋਏ ਹੈ ਉਹਨਾਂ ਨੂੰ ਫਿਰ ਜਿੰਦਾ ਕਰਨਗੇ ਉਹਨਾਂ ਦੇ ਕਹਿਣ ਦੇ ਮੁਤਾਬਕ। ਮੈਂ ਕਿਹਾ ਸ਼ੈਤਾਨ ਨੇ ਸਾਨੂੰ 2000 ਸਾਲ ਪਹਿਲਾਂ ਕਬਜ਼ੇ ਵਿੱਚ ਕੀਤਾ ਸੀ। ਕਦੋਂ ਕੀਤਾ ਉਹਨਾਂ ਨੇ? ਉਹ ਕਹਿੰਦੇ ਨਹੀਂ, ਇਸ ਤੋਂ ਪਹਿਲਾਂ ਵੀ ਜਦੋਂ ਇਨਸਾਨ ਇਸ ਧਰਤੀ 'ਤੇ ਆਇਆ ਸੀ, ਧਰਤੀ ਉੱਤੇ ਆਉਂਦੇ ਹੀ ਸ਼ੈਤਾਨ ਨੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਮੈਂ ਸੁਣ ਕੇ ਥੋੜ੍ਹਾ ਹੈਰਾਨ ਹੋਇਆ ਉਹਨਾਂ ਦੀ ਸੋਚ 'ਤੇ। ਮੈਂ ਉਹਨਾਂ ਨੂੰ ਕਿਹਾ ਸਾਡੇ ਘਰ ਦੇ ਜੇਠੇ ਪੁੱਤਰ ਜਾਂ ਪੁੱਤਰੀ ਨੂੰ ਜੇ ਕੋਈ ਗਲਤ ਬੰਦਾ ਆਪਣੇ ਕਬਜ਼ੇ ਵਿੱਚ ਕਰ ਲਵੇ ਤਾਂ ਅਸੀਂ ਕੀ ਕਰਾਂਗੇ? ਮਤਲਬ 2 ਬੱਚੇ ਉਹਨਾਂ ਦੇ ਅਸੀਂ ਸਾਡੇ ਲਾਡਲੇ ਹੋਣ, ਆਦਮ ਹਵਾ ਜਿਹੜੇ ਕਹਿੰਦੇ ਆ, ਅਤੇ ਉਹਨਾਂ ਨੂੰ ਹੀ ਕਬਜ਼ੇ 'ਚ ਕਰ ਲਿਆ ਸ਼ੈਤਾਨ ਨਾ ਆ ਕੇ। ਵੀ ਇੱਦਾਂ ਕਿੱਦਾਂ? ਮੈਂ ਵੈਸੇ ਦੇਖੋ ਉਮਰ ਦੇ ਲਿਹਾਜ਼ ਦੇ ਨਾਲ ਉਦੋਂ ਵੀ ਅੱਜ ਤੋਂ ਇਹ 5-7 ਸਾਲ ਪਹਿਲਾਂ ਦੀਆਂ ਗੱਲਾਂ ਹੈਗੀਆਂ, ਅਤੇ ਇੱਕ ਬਸ ਜਸਟ ਬੰਦਾ ਤੁਹਾਡੇ ਦਰ 'ਤੇ ਆ ਕੇ ਖੜ ਗਿਆ, ਤੁਹਾਨੂੰ ਸਵਾਲ ਕਰ ਰਿਹਾ, ਜੋ ਮੇਰੇ ਆਉਂਦਾ ਰਿਹਾ ਮਨ 'ਚ ਜਿਹੜੇ ਗੱਲਾਂ ਆਈਆਂ, ਮੈਂ ਜਿੱਦਾਂ ਦੇ ਮੈਨੂੰ ਲੱਗੀਆਂ ਗੱਲਾਂ ਮੈਂ ਉਹਨਾਂ ਨਾਲ ਕਰਦਾ ਰਿਹਾ। ਅਤੇ ਉਹਨਾਂ ਨੇ ਮੇਰੀ ਗੱਲ ਵਿੱਚੋਂ ਕੱਟਦੇ ਹੋਏ ਕਿਹਾ ਮੈਂ ਤੁਹਾਨੂੰ ਉਦਾਹਰਨ ਦਿੰਦਾ ਹਾਂ। ਉਹ ਕਹਿੰਦੇ ਵੀ ਮੈਂ ਤੁਹਾਨੂੰ ਉਦਾਹਰਨ ਦਿੰਦਾ ਹਾਂ ਕਿ ਕਲਾਸ ਵਿੱਚ ਟੀਚਰ ਕੋਈ ਆਪਣਾ ਸਵਾਲ ਆਪਣੇ ਵਿਦਿਆਰਥੀਆਂ ਨੂੰ ਕਰਵਾਉਂਦਾ ਹੈ। ਉਸ ਕਲਾਸ ਵਿੱਚੋਂ ਇੱਕ ਵਿਦਿਆਰਥੀ ਉੱਠ ਕੇ ਜੇ ਇਹ ਆਖੇ ਕਿ ਇਹ ਸਵਾਲ ਗਲਤ ਹੈ ਤਾਂ ਟੀਚਰ ਕੀ ਕਹੇਗਾ? ਵੀ ਜੇ ਹੁਣ ਸਵਾਲ ਕੋਈ ਟੀਚਰ ਕਰਵਾ ਰਿਹਾ ਤਾਂ ਉਹ ਗਾਹਾਂ 'ਤੇ ਕੋਈ ਆਰਗੂ ਕਰਦੇ ਵੀ ਇਹ ਗਲਤ ਹੈ ਸਰ, ਮੈਂ ਸਰ ਇੱਦਾਂ ਨਹੀਂ ਇੱਦਾਂ ਹੈ, ਤਾਂ ਕੀ ਕਰੇਗਾ? ਮੈਂ ਕਿਹਾ ਚੰਗਾ ਟੀਚਰ ਉਸ ਵਿਦਿਆਰਥੀ ਨੂੰ ਮੌਕਾ ਦੇਵੇ, ਆਖੇਗਾ ਤੂੰ ਦੱਸ ਕਿਵੇਂ ਠੀਕ ਹੈ? ਕਹਿੰਦੇ ਹਾਂ। ਉਹ ਕਹਿੰਦੇ ਹਾਂ ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਨੇ ਕੀਤਾ। ਜਿਸ ਤਰ੍ਹਾਂ ਟੀਚਰ ਸਾਰਿਆਂ ਵਿਦਿਆਰਥੀਆਂ ਨੂੰ ਇੱਕ ਸਮਾਨ ਸਮਝਦਾ ਹੈ, ਉਸੇ ਤਰ੍ਹਾਂ ਪਰਮਾਤਮਾ ਸਾਨੂੰ ਸਾਰਿਆਂ ਨੂੰ ਇੱਕ ਸਮਾਨ ਸਮਝਦੇ ਹੋਏ ਸ਼ੈਤਾਨ ਨੂੰ ਮੌਕਾ ਦਿੱਤਾ, ਅਤੇ ਉਸਨੇ ਉਸ ਮੌਕੇ ਦਾ ਗਲਤ ਫਾਇਦਾ ਚੁੱਕ ਕੇ ਆਦਮ ਅਤੇ ਹਵਾ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਉਦੋਂ ਤੋਂ ਹੀ ਅਸੀਂ ਸਾਰੇ ਉਸ ਦੇ ਕਬਜ਼ੇ ਵਿੱਚ ਹਾਂ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੇ ਕਬਜ਼ੇ ਵਿੱਚੋਂ ਨਿਕਲ ਕੇ ਆਪਣੇ ਪਰਮਾਤਮਾ ਨੂੰ ਇਨਸਾਫ ਦਿਵਾਈਏ। ਜਾਣੀ ਕਿ ਕਬਰਾਂ ਦੇ ਵਿੱਚ ਜਿਹੜੇ ਦਫਨਾਏ ਗਏ ਨੇ ਉਹਨਾਂ ਨੂੰ ਜਿਉਂਦੇ ਕਰਾਂਗੇ ਤਾਂ ਉਹ ਜਿਉਂਦੇ ਹੋ ਕੇ ਆਪਣੇ ਪਰਮਾਤਮਾ ਨੂੰ ਇਨਸਾਫ ਦਿਵਾਉਣਗੇ। ਕੈਸਾ ਪਰਮਾਤਮਾ ਹੈ? ਇਨਸਾਫ ਲੈਣ ਵਾਸਤੇ ਕਬਰਾਂ ਵਿੱਚ ਜਿਹੜੇ ਮਰ ਚੁੱਕੇ ਆ ਉਹਨਾਂ ਨੂੰ ਜਿੰਦਾ ਕਰਕੇ ਉਹਨਾਂ ਤੋਂ ਇਨਸਾਫ ਦਿਵਾਉਣਗੇ। ਮੈਂ ਫਿਰ ਅੱਗੇ ਕਿਹਾ, ਮੈਂ ਕਿਹਾ ਸਰ ਜੀ ਮੇਰੇ ਕੀ ਕਹੀ ਜਾਂਦੇ ਨੇ? ਮੈਂ ਅੰਦਰੋਂ ਮੇਰੇ ਹੋ ਰਿਹਾ ਸੀ ਵੀ ਕੀ ਗੱਲਾਂ ਕੀ ਚੱਲ ਰਹੀਆਂ ਯਾਰ। ਇਹ 1 ਮਿੰਟ ਸੁਣੋ। ਤੁਸੀਂ ਜਾਣਦੇ ਹੋਵੋਗੇ ਕਿ ਸਾਡਾ ਇਸ ਧਰਤੀ 'ਤੇ ਸਾਡਾ ਸਥਾਨ ਕਿਨਕਾ ਮਾਤਰ ਹੈ। ਸਾਡੀ ਧਰਤੀ ਦਾ ਇਸ ਆਕਾਸ਼ ਗੰਗਾ ਵਿੱਚ ਵਜੂਦ ਨਾ ਮਾਤਰ ਹੈ। ਧਰਤੀ ਸਮੇਤ ਲੱਖਾਂ ਗ੍ਰਹਿਆਂ ਦੇ ਸੰਯੋਗ ਤੋਂ ਇੱਕ ਆਕਾਸ਼ ਗੰਗਾ ਬਣਦੀ ਹੈ। ਲੱਖਾਂ ਆਕਾਸ਼ ਗੰਗਾ ਦਾ ਸੰਯੁਕਤ ਰੂਪ ਬ੍ਰਹਿਮੰਡ ਹੈ। ਵਰਤਮਾਨ ਸਮੇਂ ਮਲਟੀ ਯੂਨੀਵਰਸ ਦਾ ਦਾਅਵਾ ਕਰ ਰਹੀ ਹੈ ਸਾਇੰਸ ਜਿਹੜੀ ਹੈ, ਭਾਵ ਕਿ ਹੋਰ ਵੀ ਬ੍ਰਹਿਮੰਡ ਮੌਜੂਦ ਹਨ। ਧਰਮ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਹ ਸਭ ਬਣਾਉਣ ਵਾਲਾ ਗੋਡ ਅੱਲਾ ਅਕਾਲ ਪੁਰਖ ਵਾਹਿਗੁਰੂ ਹੈ, ਜਿਸ ਨੇ ਧਰਤੀ 'ਤੇ ਜੀਵਨ ਪੈਦਾ ਕੀਤਾ ਹੈ। ਉਹ ਜੋ ਇੰਨਾ ਸ਼ਕਤੀਸ਼ਾਲੀ ਹੈ, ਖਿੰਨ ਮਾਤਰ ਵੀ ਸੰਸਾਰ ਦੀ ਸਿਰਜਣਾ ਕਰ ਦਿੰਦਾ ਹੈ। ਉਸ ਵੱਲੋਂ ਬਣਾਏ ਗਏ 2 ਇਨਸਾਨ, ਉਹਨਾਂ ਦੇ ਧਰਤੀ 'ਤੇ ਆਉਣ 'ਤੇ ਹੀ ਸ਼ੈਤਾਨ ਕਬਜ਼ਾ ਕਰ ਲਵੇ, ਫਿਰ ਸ਼ੈਤਾਨ ਤਾਂ ਉਸ ਤੋਂ ਵੀ ਸ਼ਕਤੀਸ਼ਾਲੀ ਹੋਇਆ। ਉਹ 2000 ਸਾਲ ਤੋਂ ਵੱਧ ਦੇ ਸਮੇਂ ਤੋਂ
ਸਾਨੂੰ ਉਸ ਸ਼ੈਤਾਨ ਤੋਂ ਬਚਾ ਨਹੀਂ ਸਕਿਆ ਤੇ ਹੁਣ ਅਸੀਂ ਆਪਣੇ ਅਜੀਜ਼ ਜਿਹੜੇ ਕਬਰਾਂ ਵਿੱਚ ਦਫਨ ਹਨ ਉਹਨਾਂ ਤੋਂ ਆਸ ਕਰਦੇ ਹਾਂ ਕਿ ਉਹ ਜਿਉਂਦੇ ਹੋਣਗੇ ਤੇ ਸਾਨੂੰ ਆਜ਼ਾਦ ਕਰਾਉਣਗੇ। ਜਦੋਂ ਜਿਉਂਦੇ ਜੀ ਨਹੀਂ ਕਰ ਸਕੇ ਤਾਂ ਹੁਣ ਕੀ ਕਰਨਗੇ? ਮੈਂ ਉਹਨਾਂ ਨੂੰ ਇਹ ਮੇਰਾ ਜਵਾਬ ਮੈਂ ਉਹਨਾਂ ਨੂੰ ਦੱਸਿਆ। ਫਿਰ ਅੱਗੇ ਮੈਂ ਕਿਹਾ ਵੈਸੇ ਇੱਕ ਗੱਲ ਹੈ ਮੇਰੇ ਜ਼ਿਹਨ ਵਿੱਚ ਆ ਰਹੀ ਹੈ ਕਿ ਜਦੋਂ ਉਹ ਅਜੀਜ਼ ਜਿਉਂਦੇ ਹੋਣਗੇ ਤਾਂ ਕਿ ਦੁਬਾਰਾ ਫਿਰ ਨਹੀਂ ਮਰਨਗੇ। ਪਹਿਲੀ ਗੱਲ ਤਾਂ ਇਹ ਅਸੰਭਵ ਜਾਪਦਾ ਹੈ। ਮੰਨ ਲਵੋ ਉਹ ਜਿਉਂਦੇ ਹੁੰਦੇ ਹਨ ਤਾਂ ਕਿਸ ਹਾਲਤ ਵਿੱਚ ਹੋਣਗੇ? ਭਾਵ ਕਿ ਸਾਰੇ ਜਵਾਨ ਜਾਂ ਜਿਸ ਉਮਰ ਵਿੱਚ ਉਹ ਮਰੇ ਸਨ ਉਸੇ ਉਮਰ ਵਿੱਚ ਹੀ ਹੋਣਗੇ। ਜੇ ਉਸੇ ਉਮਰ ਵਿੱਚ ਹੋਣਗੇ ਤਾਂ ਕਿ ਉਹਨਾਂ ਦੀ ਉਮਰ ਵਧੇਗੀ ਨਹੀਂ, ਭਾਵ ਕਿ ਜਵਾਨ ਬਜ਼ੁਰਗ ਨਹੀਂ ਹੋਣਗੇ। ਜੇ ਬਜ਼ੁਰਗਾਂ ਦਾ ਕੀ ਬਣੇਗਾ? ਉਹ ਆਪਣਾ ਗੁਜ਼ਾਰਾ ਬਿਰਧ ਆਸ਼ਰਮ ਵਿੱਚ ਕਰਨਗੇ ਜਾਂ ਫਿਰ ਉਹਨਾਂ ਦੀ ਵਰਤਮਾਨ ਪੀੜ੍ਹੀਆਂ ਉਹਨਾਂ ਦੀ ਸੰਭਾਲ ਕਰਨਗੀਆਂ। ਵਰਤਮਾਨ ਸਮੇਂ ਤਾਂ ਬਜ਼ੁਰਗਾਂ ਦਾ ਵੈਸੇ ਹੀ ਵੀ ਕੋਈ ਚੰਗਾ ਹਾਲ ਨਹੀਂ ਹੈ। ਜੇ ਸਾਰੇ ਉਸੇ ਹਾਲ ਉਮਰ ਵਿੱਚ ਰਹਿਣਗੇ ਤਾਂ ਫਿਰ ਕਲਪਨਾ ਕਰ ਲਵੋ ਧਰਤੀ 'ਤੇ ਕਿਹੋ ਜਿਹਾ ਸੰਸਾਰ ਹੋਵੇਗਾ। ਫਿਰ ਬਹੁ ਗਿਣਤੀਆਂ ਦਾਦਿਆਂ ਦੀ ਹੀ ਹੋਵੇਗੀ। ਉਹ ਸਾਰੇ ਆ ਕੇ ਆਪਣੀ ਆਪਣੀ ਜ਼ਮੀਨ ਜਾਇਦਾਦ ਦਾ ਵੀ ਰੌਲਾ ਪਾਉਣਗੇ। ਜੇ ਮੰਨ ਲਈਏ ਕਿ ਉਹ ਦੁਬਾਰਾ ਨਹੀਂ ਮਰਨਗੇ ਤਾਂ ਜੋ ਵਰਤਮਾਨ ਪੀੜ੍ਹੀ ਹੈ ਕਿ ਉਹ ਵੀ ਅਮਰ ਹੋਣਗੇ? ਜੇ ਹੋਣਗੇ ਤਾਂ ਕਿ ਬੱਚੇ ਛੋਟੇ ਹੀ ਰਹਿਣਗੇ, ਉਹ ਕਦੀ ਜਵਾਨੀ ਨਹੀਂ ਮਾਣ ਸਕਣਗੇ? ਜਾਂ ਫਿਰ ਹੁਣ ਵਾਲੀ ਪੀੜ੍ਹੀ ਜਿਉਂਦੇ ਹੋਣ ਲਈ ਸਦੀਆਂ ਤੱਕ ਇੰਤਜ਼ਾਰ ਕਬਰਾਂ ਵਿੱਚ ਹੀ ਕਰੇਗੀ? ਕਿ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਲੋਕਾਂ ਦਾ ਸੱਭਿਆਚਾਰ, ਸਮਾਜਿਕ, ਆਰਥਿਕ ਜੀਵਨ ਆਪਸ ਵਿੱਚ ਟਕਰਾਏਗਾ ਨਹੀਂ? ਕਿ ਉਹ ਸਾਡੇ ਵਰਤਮਾਨ ਦੇ ਜੀਵਨ ਨੂੰ ਪਸੰਦ ਕਰਨਗੇ? ਆਦਿ ਅਣਗਿਣਤ ਸਵਾਲ ਹਨ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਖੈਰ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਨਾਲ ਵਰਤਮਾਨ ਦੀ ਗੱਲ ਕਰਦਾ ਹਾਂ, ਇਹਦੇ ਲਈ ਮੈਂ ਕਿਸੇ ਦੀ ਗੱਲ ਨਹੀਂ ਸਗੋਂ ਆਪਣੀ ਗੱਲ ਕਰਾਂਗਾ। ਤੁਸੀਂ ਟੀਚਰ ਵਾਲੀ ਉਦਾਹਰਨ ਦਿੱਤੀ। ਮੈਂ ਜਦੋਂ ਤੀਸਰੀ ਕਲਾਸ ਦਾ ਵਿਦਿਆਰਥੀ ਸੀ, ਸਾਨੂੰ ਸਾਡੇ ਟੀਚਰ ਇੱਕ ਸਵਾਲ ਸਮਝਾ ਰਹੇ ਸੀ। ਸਾਰਾ ਬੋਰਡ ਉਸ ਸਵਾਲ ਨਾਲ ਭਰਿਆ ਹੋਇਆ ਸੀ, ਬਲੈਕ ਬੋਰਡ 'ਤੇ ਪੂਰਾ ਸਵਾਲ ਕੀਤਾ ਹੋਇਆ ਸੀ। ਸੋ ਉਹ ਸਾਰਾ ਸਵਾਲ ਜਦੋਂ ਮੈਂ ਉਹਨਾਂ ਵਾਰ-ਵਾਰ ਕਰਕੇ ਦੇਖਿਆ ਤਾਂ ਉਹਦਾ ਜਵਾਬ ਜਿਹੜਾ ਬੁੱਕ ਦੇ ਲਾਸਟ ਵਿੱਚ ਲਿਖਿਆ ਹੁੰਦਾ ਉਹਦੇ ਨਾਲ ਮੇਲ ਨਹੀਂ ਸੀ ਖਾ ਰਿਹਾ। ਅਤੇ ਆਖਰ ਮੈਂ ਉਹਨਾਂ ਕਿਹਾ ਵੀ ਇਹਦਾ ਜਵਾਬ ਅਸਲ 'ਚ ਆਹੀ ਹੈ, ਪਰ ਜਿਹੜਾ ਬੁੱਕ ਦੇ ਪਿੱਛੇ ਲਿਖਿਆ ਉਹ ਗਲਤ ਕਈ ਵਾਰੀ ਪ੍ਰਿੰਟ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਵੀ ਇਹਦਾ ਅਸਲ 'ਚ ਇਹ ਸਵਾਲ ਇਸ ਤਰ੍ਹਾਂ ਹੀ ਹੋਣਾ ਹੈ। ਰਿਸੈਸ ਹੋ ਗਈ ਅਤੇ ਅਸੀਂ ਸਾਰੇ ਜਿਹੜੇ ਹੈਗੇ ਆਪਣਾ ਪ੍ਰਸ਼ਾਦਾ ਛਕਣ ਲੱਗ ਪਏ। ਅਤੇ ਮੇਰੇ ਮਨ 'ਚ ਆਇਆ, ਮੈਂ ਸਵਾਲ ਦੁਬਾਰਾ ਉਹ ਕਰਨ ਲੱਗ ਪਿਆ ਅਤੇ ਸਵਾਲ ਕੀਤਾ ਅਤੇ ਸਵਾਲ ਦਾ ਆਨਸਰ ਉਹੀ ਆ ਗਿਆ ਜਿਹੜਾ ਕਿ ਲਾਸਟ ਦੇ ਵਿੱਚ ਲਿਖਿਆ ਹੋਇਆ ਸੀ ਕਿਤਾਬ ਦੇ। ਅਤੇ ਮੈਂ ਜਲਦੀ ਨਾਲ ਮੈਡਮ ਕੋਲ ਗਿਆ, ਉਹਨਾਂ ਨੂੰ ਮੈਂ ਦੱਸਿਆ ਮੈਮ ਸਵਾਲ ਦਾ ਜਵਾਬ ਸਹੀ ਆ ਗਿਆ, ਉਹ ਲਿਖਿਆ ਹੋਇਆ ਸੀ। ਉਹਨਾਂ ਬੜੇ ਹੈਰਾਨ ਹੋਏ ਅਤੇ ਉਹਨਾਂ ਨੇ ਦੇਖਿਆ ਅਤੇ ਆ ਕੇ ਰਿਸੈਸ ਤੋਂ ਬਾਅਦ ਉਹਨਾਂ ਨੇ ਸਾਰਾ ਸਵਾਲ ਦੁਬਾਰਾ ਕੱਢਿਆ ਅਤੇ ਸਾਰਿਆਂ ਨੂੰ ਆਨਸਰ ਦਿੱਤਾ। ਅਤੇ ਮੈਨੂੰ ਉਹਨਾਂ ਨੇ ਸਪੈਸ਼ਲ ਖੜ੍ਹਾ ਕਰਕੇ ਮੈਨੂੰ ਮਤਲਬ ਕਾਫੀ ਉਤਸ਼ਾਹਿਤ ਕੀਤਾ ਅਤੇ ਸ਼ਾਬਾਸ਼ ਦਿੱਤੀ। ਸੋ ਮੈਂ ਉਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਮੈਨੂੰ ਬਹੁਤ ਚੰਗਾ ਲੱਗਿਆ, ਜਿੱਦਾਂ ਲਿਖਿਆ ਵੀ ਮੈਨੂੰ ਬਹੁਤ ਚੰਗਾ ਲੱਗਿਆ ਅਤੇ ਉਤਸ਼ਾਹ ਮਿਲਿਆ। ਉਹਨਾਂ ਨੇ ਮੈਨੂੰ ਸ਼ੈਤਾਨ ਨਹੀਂ ਸਮਝਿਆ, ਸਗੋਂ ਮੇਰੀ ਮੌਲਿਕਤਾ ਅਤੇ ਹੁਸ਼ਿਆਰੀ ਲਈ ਸ਼ਾਬਾਸ਼ ਦਿੱਤੀ। ਸੋ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਪਰਮਾਤਮਾ ਦੇ ਬਣਾਏ ਹੋਏ ਦੋ ਬੱਚਿਆਂ ਨੂੰ ਕੋਈ ਆਪਣੇ ਵੱਸ ਵਿੱਚ ਕਰ ਲਵੇ? ਜੇ ਕੋਈ ਕਰਦਾ ਹੈ ਤਾਂ ਉਹ ਕਾਫੀ ਹੁਸ਼ਿਆਰ ਹੋਵੇਗਾ ਅਤੇ ਉਹ ਇਨਾਮ ਦਾ ਹੱਕਦਾਰ ਹੋਵੇਗਾ। ਤਾਂ ਫਿਰ ਸ਼ੈਤਾਨ ਜਿਹਨੇ ਹਵਾ ਦੇ ਆਦਮ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਉਹ ਤਾਂ ਫਿਰ ਕਾਫੀ ਹੁਸ਼ਿਆਰ ਹੋਇਆ, ਉਹ ਸ਼ੈਤਾਨ ਥੋੜ੍ਹਾ ਹੋਇਆ ਹੈਗਾ। ਜਦੋਂ ਅਸੀਂ ਮੰਨਦੇ ਹਾਂ ਕਿ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ ਤਾਂ ਸ਼ੈਤਾਨ ਵੀ ਪਰਮਾਤਮਾ ਨੇ ਬਣਾਇਆ ਹੋਵੇਗਾ। ਦੂਜਾ, ਪਰਮਾਤਮਾ ਨੇ ਤਾਂ ਦੋ ਇਨਸਾਨ ਬਣਾਏ ਸੀ, ਫਿਰ ਇਹ ਤੀਜਾ ਸ਼ੈਤਾਨ ਰੂਪੀ ਚੀਜ਼ ਕਿੱਥੋਂ ਆ ਗਈ? ਮੈਂ ਇੱਦਾਂ ਨੇ ਉਹਨਾਂ ਨੂੰ ਸਵਾਲ ਕੀਤੇ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਨੂੰ ਯਕੀਨ ਨਹੀਂ ਕਿ ਮਰੇ ਹੋਏ ਆਦਮੀ ਜਿਉਂਦੇ ਹੋ ਸਕਦੇ ਹਨ? ਮੈਂ ਕਿਹਾ ਕਿ ਇਹ ਧਾਰਮਿਕ ਮਸਲਾ ਹੋਣ ਕਾਰਨ ਇਸ ਦਾ ਜਵਾਬ ਮੈਂ ਸਿੱਖ ਧਰਮ ਵਿੱਚੋਂ ਹੀ ਦੇਵਾਂਗਾ। ਗੁਰਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਕਿ ਅਕਾਲ ਪੁਰਖ ਕਿਸੇ ਨੂੰ ਮਾਰਨ ਅਤੇ ਜਿਉਂਦੇ ਕਰਨ ਦੀ ਸਮਰੱਥਾ ਰੱਖਦਾ ਹੈ। ਮੈਂ ਉਹਨਾਂ ਨੂੰ ਸਿੱਖ ਇਤਿਹਾਸ ਵਿੱਚੋਂ ਗੁਰਪੁੱਤਰ ਬਾਬਾ ਗੁਰਦਿੱਤਾ ਜੀ ਅਤੇ ਅਟਲ ਰਾਏ ਦੇ ਇਤਿਹਾਸਿਕ ਤੱਥਾਂ ਤੋਂ ਵੀ ਜਾਣੂ ਕਰਵਾਇਆ, ਜੋ ਕਿ ਅਸੀਂ ਸਾਖੀਆਂ ਦੇ ਵਿੱਚ ਸੁਣਦੇ ਹਾਂ। ਕਿਉਂਕਿ ਉਹਨਾਂ ਨੇ ਮਰੀ ਹੋਈ ਗਾਂ ਅਤੇ ਆਪਣੇ ਸਾਥੀ ਨੂੰ ਜਿੰਦਾ ਕੀਤਾ ਸੀ, ਪਰ ਬਦਲ ਵਿੱਚ ਉਹਨਾਂ ਨੂੰ ਆਪਣੇ ਪ੍ਰਾਣ ਤਿਆਗਣੇ ਪਏ ਸਨ। ਇੱਥੇ ਪੱਖ ਹੋਰ ਹੈ ਕਿ ਕਿਸੇ ਤੋਂ ਕੋਈ ਬਦਲਾ ਲੈਣ ਲਈ ਕਿਸੇ ਨੂੰ ਜਿਉਂਦਾ ਨਹੀਂ ਕੀਤਾ ਗਿਆ। ਸੋ ਸਿੱਖ ਧਰਮ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਦੀ ਹਾਮੀ ਭਰਦਾ ਹੈ। ਪਰਮਾਤਮਾ ਜੀਵ ਨੂੰ ਮਾਰਨ ਅਤੇ ਦੁਬਾਰਾ ਜਿਉਂਦਾ ਕਰਨ ਦੀ ਖੇਡ ਰਚਾਉਂਦਾ ਹੈ, ਪਰ ਇਸ ਪਿੱਛੇ ਉਸ ਦਾ ਰੱਤਾ ਵੀ ਲਾਲਚ ਨਹੀਂ ਹੁੰਦਾ। ਮਾਰ ਜਿਵਾਲੇ ਆਪੇ ਤਿਸਨੋਂ ਤਿਲ ਨਾ ਤਮਾਈ, ਉਹ ਤਿਲ ਭਰਦੇ ਵੀ ਉਹਨੂੰ ਕੋਈ ਜਿਹੜਾ ਹੈਗਾ ਲਾਲਚ ਨਹੀਂ ਹੈਗਾ ਵੀ ਹਾਂ ਇਹ ਜਿੰਦੇ ਹੋਣਗੇ ਤਾਂ ਮੈਨੂੰ ਇਨਸਾਫ ਦਿਵਾਉਣਗੇ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ। ਫਿਰ ਉਹਨਾਂ ਵਿੱਚੋਂ ਦੂਸਰਾ ਬੰਦਾ ਬੋਲਿਆ, ਇਹ ਸਭ ਉਸ ਸ੍ਰਿਸ਼ਟੀਕਰਤਾ ਦੇ ਹੁਕਮ ਵਿੱਚ ਹੋ ਰਿਹਾ ਹੈ।
ਮੈਂ ਕਿਹਾ ਹਾਂ ਬਿਲਕੁਲ ਮੇਰੀ ਜਾਣਕਾਰੀ ਮੁਤਾਬਕ। ਉਹ ਕਹਿੰਦੇ ਅੱਜ ਕੋਈ ਕਿਸੇ ਦਾ ਖੂਨ ਕਰ ਦਿੰਦਾ ਹੈ, ਇਹ ਵੀ ਉਸਦੇ ਹੁਕਮ ਵਿੱਚ ਹੋ ਰਿਹਾ ਹੈ, ਜਾਂ ਕੋਈ ਬੰਦਾ ਜੇ ਬੇਮੌਤ ਮਰ ਜਾਂਦਾ ਹੈ ਇਹ ਵੀ, ਜਾਂ ਜਦੋਂ ਉਹ ਬਾਪ ਮਰ ਜਾਂਦਾ ਹੈ ਜਿਹਦੇ ਛੋਟੇ ਛੋਟੇ ਬੱਚੇ ਹਨ ਤਾਂ ਅਸੀਂ ਸਾਰੇ ਇਸ ਗੱਲ ਦਾ ਸ਼ੋਕ ਮਨਾਉਂਦੇ ਹਾਂ ਕਿ ਇਹ ਬਹੁਤ ਬੁਰਾ ਹੋਇਆ। ਇਹ ਵੀ ਉਹੀ ਪਰਮਾਤਮਾ ਕਰਦਾ ਹੈ, ਉਹ ਤਾਂ ਕਿਸੇ ਦਾ ਬੁਰਾ ਨਹੀਂ ਕਰਦਾ, ਤਾਂ ਫਿਰ ਉਹ ਅਜਿਹਾ ਕਿਉਂ ਕਰਦਾ ਹੈ। ਸੋ ਇਸ ਤਰ੍ਹਾਂ ਦੇ ਉਹਨਾਂ ਨੇ ਕਈ ਸਵਾਲ ਕੀਤੇ। ਮੈਂ ਕਿਹਾ ਵੀ ਗੁਰਬਾਣੀ ਸੰਦੇਸ਼ ਹੈ ਕਿ ਇਨਸਾਨ ਜੰਮਣਾ ਮਰਨਾ ਪਰਮਾਤਮਾ ਦਾ ਖੇਲ ਹੈ, ਵੀ ਇਨਸਾਨ ਦੇ ਜੰਮਣ ਮਰਨ ਦਾ ਜਿਹੜਾ ਖੇਲ ਆ ਉਹ ਪਰਮਾਤਮਾ ਦਾ ਬਣਾਇਆ ਹੋਇਆ। ਜਿਵੇਂ ਕਿ ਗੁਰਬਾਣੀ ਵਿੱਚ ਲਿਖਿਆ ਹੈ, ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀ ਨਿਯਮਾਇਆ। ਇਸ ਤਰ੍ਹਾਂ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਸੋ ਇਸ ਤਰ੍ਹਾਂ ਦੇ ਮੈਂ ਕਈ ਉਹਨਾਂ ਨੂੰ ਜਿਹੜੇ ਫਰਮਾਨ ਦਿੱਤੇ ਗੁਰਬਾਣੀ ਵਿੱਚੋਂ। ਅਤੇ ਅੱਗੇ ਹਾਂ ਬਿਲਕੁਲ ਸਭ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਹੈ, ਉਸਦੇ ਹੁਕਮ ਵਿੱਚ ਹੀ ਮਰਨਾ ਅਤੇ ਜੰਮਣਾ ਹੈ। ਸੰਸਾਰ ਵਿੱਚ ਅਸੀਂ ਜੋ ਦੇਖ ਰਹੇ ਹਾਂ ਉਹ ਇੱਕ ਪੱਖ ਹੈ, ਉਸਦੇ ਦੂਸਰੇ ਪੱਖ ਬਾਰੇ ਸਾਨੂੰ ਨਹੀਂ ਪਤਾ। ਅਸੀਂ ਜੋ ਦੇਖਦੇ ਹਾਂ ਉਸ ਨੂੰ ਦੇਖ ਕੇ ਕਹਿ ਦਿੰਦੇ ਹਾਂ ਕਿ ਬਹੁਤ ਬੁਰਾ ਹੋਇਆ, ਉਹ ਬੇਮੌਤ ਮਾਰਿਆ ਗਿਆ, ਇਸ ਜੀ ਦੇ ਮਰਨ ਨਾਲ ਪਰਿਵਾਰ ਅਤੇ ਅੰਤਾਂ ਦਾ ਕਹਿਰ ਟੁੱਟ ਗਿਆ। ਇਸ ਦਾ ਦੂਸਰਾ ਪੱਖ ਵੀ ਹੈ, ਹੋ ਸਕਦਾ ਹੈ, ਜਿਹਦਾ ਸਾਨੂੰ ਨਹੀਂ ਪਤਾ। ਉਸ ਬਾਰੇ ਤਾਂ ਜੋ ਉਸਦੇ ਹੁਕਮ ਵਿੱਚ ਹੈ ਉਹ ਹੀ ਜਾਂ ਫਿਰ ਪਰਮਾਤਮਾ ਹੀ ਜਾਣਦਾ ਹੈ। ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਸੋ ਉਹਦਾ ਜਿਹੜਾ ਦੂਸਰਾ ਪੱਖ ਹੈ ਉਹਨੂੰ ਅਸੀਂ ਨਹੀਂ ਜਾਣ ਸਕਦੇ, ਆਮ ਇਨਸਾਨ ਨਹੀਂ ਜਾਣ ਸਕਦੇ। ਉਹੀ ਜਾਣਦਾ ਜੇ ਗੁਰੂ ਦੇ ਦੱਸੇ ਰਾਸਤੇ 'ਤੇ ਚੱਲ ਕੇ ਉਹਦੇ ਵਿੱਚ ਲੀਨ ਹੋ ਜਾਂਦਾ, ਵਿਲੀਨ ਹੋ ਜਾਂਦਾ, ਉਹੀ ਉਸ ਸਭ ਖੇਡ ਨੂੰ ਜਾਣਦਾ ਵੀ ਇਹ ਸਾਰਾ ਕੁਝ ਕੀ ਹੋ ਰਿਹਾ ਹੈ। ਬਾਕੀ ਮੈਂ ਉਹਨਾਂ ਨੂੰ ਕਿਹਾ ਵੀ ਜੋ ਇਸ ਤੋਂ ਇਲਾਵਾ ਇੱਕ ਹੋਰ ਗੱਲ, ਜੋ ਬੰਦੇ ਪਰਮਾਤਮਾ ਦੇ ਅਜ਼ੀਜ਼ ਨੇ, ਉਸਦੇ ਖਾਸ ਨੇ, ਉਹ ਉਸਨੇ ਮਾਰੇ ਹੀ ਕਿਉਂ ਫਿਰ? ਜੇ ਅਜ਼ੀਜ਼ ਸੀ ਤਾਂ ਕਿਉਂ ਮਾਰੇ? ਐਸਾ ਨਹੀਂ ਹੈ ਕਿ ਉਸਦਾ ਕਾਨੂੰਨ ਹੈ ਜੋ ਸਭ ਲਈ ਇਕਸਾਰਤਾ ਦਾ ਪ੍ਰਮਾਣ ਹੈ। ਜਿੰਨੇ ਵੀ ਪੈਗੰਬਰ ਹੋਏ ਨੇ ਉਹਨਾਂ ਨੇ ਇਸ ਕਾਨੂੰਨ ਦੀ ਪਾਲਣਾ ਕੀਤੀ। ਯੀਸ਼ੂ ਜੀ ਨੇ ਸਲੀਬ 'ਤੇ ਚੜ੍ਹ ਕੇ, ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ 'ਤੇ ਬੈਠ ਕੇ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਦੇ ਵਿੱਚ ਸਿਰ ਦੇ ਕੇ, ਉਹ ਜਿਹੜਾ ਹੈਗਾ ਇੱਕ ਉਹਦੇ ਭਾਣੇ ਵਿੱਚ ਚੱਲ ਕੇ ਉਹਨਾਂ ਨੇ ਉਹ ਭਾਣਾ ਮੰਨਿਆ ਉਸ ਚੀਜ਼ ਦਾ। ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਸੀ। ਉਹਨਾਂ ਵਿੱਚੋਂ ਦੂਸਰਾ ਬੰਦਾ ਬੋਲਿਆ, ਸਾਡਾ ਝਗੜਾ ਇਸ ਗੱਲ ਦਾ ਹੈ ਕਿ ਅਸੀਂ ਆਪਣਾ ਧਰਮ ਚੰਗਾ ਦੱਸਦੇ ਹਾਂ, ਪਰ ਤੁਸੀਂ ਦੱਸੋ ਇਨਸਾਨ ਜੋ ਪ੍ਰਦੂਸ਼ਣ ਕਰ ਰਿਹਾ ਹੈ, ਕੁਦਰਤ ਨਾਲ ਛੇੜਛਾੜ ਨਹੀਂ ਕਰ ਰਿਹਾ ਹੈ, ਇਸ ਨਾਲ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਕੀ ਇਹ ਠੀਕ ਹੈ? ਅੱਜ ਇਨਸਾਨ ਦੀ ਵੱਧ ਤੋਂ ਵੱਧ ਉਮਰ 60 ਸਾਲ ਰਹਿ ਚੁੱਕੀ ਹੈ, ਕੌਣ ਚਾਹੁੰਦਾ ਹੈ ਕਿ ਸਾਡੀ ਮੌਤ ਹੋਵੇ? ਸੋ ਉਹਨਾਂ ਦੇ ਇਹ ਵਾਲੇ ਸਵਾਲ ਜਿਨ੍ਹਾਂ ਨੂੰ ਵੀ ਬੰਦੇ ਇਹ ਮਿਲਦੇ ਆ ਨਾ, ਕਈਆਂ ਨੂੰ ਕੀਤੇ ਹੋਣਗੇ ਜਿਹੜੇ ਮੈਂ ਲਿਖੇ ਆ, ਕਿਉਂਕਿ ਸਵਾਲ ਉਹਨਾਂ ਦੇ ਬਿਲਕੁਲ ਮੇਰੇ ਕੋਲ ਮੈਂ ਤਾਜ਼ਾ ਲਿਖਿਆ, ਉਸੇ ਦਿਨ ਹੀ ਲਿਖਿਆ, ਸਾਰੇ ਕੰਮ ਛੱਡ ਕੇ ਨਾ ਮੈਂ ਲਿਖੀ ਬਾਤ, ਕਿਉਂਕਿ ਮੈਨੂੰ ਅੰਦਰੋਂ ਬੜੀ ਖੁਸ਼ੀ ਹੋ ਰਹੀ ਸੀ ਵੀ ਮੈਂ ਇਹਨਾਂ ਨਾਲ ਗੱਲ ਕਰਕੇ ਮੇਰਾ ਜਿਹੜਾ ਸਮਾਂ ਇੰਨਾ ਮੈਂ ਬਿਜ਼ੀ ਸੀ ਮੈਂ ਸਭ ਭੁੱਲ ਗਿਆ। ਸੋ ਉਹਨਾਂ ਨੇ ਜਦੋਂ ਇੱਦਾਂ ਕਿਹਾ, ਮੈਂ ਉਹਨਾਂ ਨਾਲ ਫਿਰ ਅੱਗੇ ਮਰਨ ਦੀ ਜੇ ਗੱਲ ਕਹਿੰਦੇ ਵੀ ਅੱਜ ਕੌਣ ਨਹੀਂ ਚਾਹੁੰਦਾ ਜਿਹੜਾ ਹੈਗਾ ਸਾਡੀ ਮੌਤ ਹੋਵੇ, ਅਤੇ ਮੈਂ ਉਹਨਾਂ ਨੂੰ ਕਿਹਾ ਭਾਈ ਇਹ ਤਾਂ ਗੱਲਾਂ ਕਿਹੜੀਆਂ, ਮੈਨੂੰ ਬੜੀ ਹਾਸੀ ਜਿਹੀ ਆਈ। ਅਤੇ ਅੰਦਰੋਂ ਮੈਂ ਕਿਹਾ ਯਾਰ ਸਿੱਖਾਂ ਨੂੰ ਉਹਨਾਂ ਨੂੰ ਸਮਝਾਵੋ ਵੀ ਜਿਹੜਾ ਹੈਗਾ ਵੀ ਮਰਨ ਤੋਂ, ਮੈਂ ਕਿਹਾ ਸਿੱਖ ਤਾਂ ਮਖੌਲਾਂ ਕਰਦੇ ਨਾ ਮੌਤ ਨਾਲ। ਸਿੱਖਾਂ ਨੂੰ ਤਾਂ ਪਹਿਲੀ ਜਿਹੜੀ ਹੈਗੀ ਹੈ ਇਹ ਕੰਡੀਸ਼ਨ ਹੈ ਵੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ। ਆਪਾਂ ਪਹਿਲਾਂ ਵੀ ਗੱਲ ਕਰੀ ਹੈ, ਇਹ ਤਾਂ ਸਾਡੇ ਫਲਸਫਾ ਸਾਡਾ ਇਹ ਸਾਨੂੰ ਸਿਖਾਇਆ ਜਾਂਦਾ। ਅਸੀਂ ਤੱਤੀਆਂ ਤਵੀਆਂ 'ਤੇ ਵੀ ਬੈਠਦੇ ਹਾਂ, ਅਸੀਂ ਦੇਗਾਂ 'ਚ ਵੀ ਉਬਾਲੇ ਜਾਂਦੇ ਹਾਂ, ਸਾਨੂੰ ਆਰਿਆਂ ਨਾਲ ਵੀ ਚੀਰਿਆ ਗਿਆ, ਅਸੀਂ ਸਾਡੇ ਬੱਚਿਆਂ ਦੇ ਟੋਟੇ ਕਰਕੇ ਸਾਡੇ ਉਹਦੇ 'ਚ ਗਲਾਂ 'ਚ ਹਾਰ ਬਣਾ ਕੇ ਸਾਡੀ ਭੈਣਾਂ ਮਾਵਾਂ ਦੇ ਪਾਏ ਗਏ। ਸੋ ਸਿੱਖਾਂ ਨੂੰ ਮਰਨ ਦਾ ਨਹੀਂ ਡਰ ਹੈਗਾ। ਡਰ ਇਹ ਕਿਉਂ ਡਰਦੇ ਰਹੇ ਹੋ? ਬਾਕੀ ਰਹੀ ਉਮਰ ਵੀ 60 ਸਾਲ ਤੋਂ ਵੱਧ ਉਮਰ ਨਹੀਂ ਹੈਗੀ। ਅੱਜ ਵੀ ਉਮਰ 'ਤੇ 123 ਤੇ 140 ਸਾਲ ਦੇ ਬੰਦੇ ਬੈਠੇ ਨੇ। ਅਤੇ ਜਿਸ ਸਮੇਂ ਦੀ ਇਹ ਗੱਲਾਂ ਕਰਦੇ ਹਾਂ ਉਦੋਂ ਦੀਆਂ ਉਮਰਾਂ, ਜੇ ਆਪਾਂ ਗੱਲ ਕਰੀਏ ਇਹਨਾਂ ਦੇ ਪੈਗੰਬਰ ਦੀ ਗੱਲ ਕਰੀਏ, ਯੀਸ਼ੂ ਜੀ ਦੀ ਗੱਲ ਕਰੀਏ, ਤਾਂ ਉਹਨਾਂ ਦੀ ਜਿਹੜੀ ਉਮਰ ਸੀ ਉਹ 28 ਤੋਂ 30 ਸਾਲ ਦੀ ਲਿਖੀ ਹੋਈ ਹੈ। ਅਤੇ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ, ਉਹਨਾਂ ਦੀ ਉਮਰ ਜਿਹੜੀ ਹੈ 42 ਸਾਲ ਸੀ ਸਾਰੀ। ਅਤੇ ਉਹ ਮੁਹੰਮਦ ਸਾਹਿਬ ਦੀ ਜਿਹੜੀ ਉਮਰ ਹੈ ਉਹ 62 ਤੋਂ 63 ਸਾਲ ਲਿਖੀ ਗਈ ਹੈ। ਵੀ ਇੰਨੀ ਕੁ ਉਮਰ ਦੇ ਵਿੱਚ ਉਹਨਾਂ ਨੇ ਜੋ ਕਾਰਜ ਕੀਤੇ ਹੈ ਉਹ ਅੱਜ ਤੱਕ ਅਸੀਂ ਅੱਜ ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਗੱਲ ਉਮਰਾਂ ਦੀ ਨਹੀਂ ਹੈਗੀ, ਗੱਲ ਕਰਮਾਂ ਦੀ ਹੈਗੀ ਹੈ। ਛੋਟੇ ਸਾਹਿਬਜ਼ਾਦੇ ਉਹਨਾਂ ਨੇ ਛੋਟੀਆਂ ਉਮਰਾਂ ਦੇ ਵਿੱਚ, ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਪਦਵੀ, ਗੁਰੂ ਨਾਨਕ ਦੇਵ ਜੀ ਦੀ ਪਦਵੀ ਦੇ ਉਸ ਜੋਤ ਦੇ 8ਵੇਂ ਸਰੂਪ ਨੇ। ਸੋ ਇਸ ਤਰ੍ਹਾਂ ਉਮਰਾਂ ਦੀ ਕਿਹੜੀਆਂ ਗੱਲਾਂ ਕਰਦੇ? ਸਿੱਖਾਂ ਨੂੰ ਕੀ ਉਮਰਾਂ ਦੀ ਗੱਲਾਂ ਕਰਦੇ? ਇੱਦਾਂ ਸਿੱਖ ਜਿਹੜੇ ਸਿੱਖਾਂ ਨੂੰ ਗਿਆਨ ਹੈ ਨਾ, ਉਹ ਇਸ ਗੱਲਾਂ ਦੇ ਭਰਮ ਜਿਹੇ ਕਿਤੇ ਆਉਣਗੇ।
ਮੈਂ ਉਹਨਾਂ ਨੂੰ ਬੜੀਆਂ ਗੱਲਾਂ ਸਿਖਾਈਆਂ ਵੀ ਇਹ ਸਾਡੇ ਤੇ ਨਾ ਤੁਸੀਂ ਗੱਲਾਂ ਕਰੋ। ਜੇ ਅਸੀਂ ਤਾਂ ਕਹਿੰਦੇ ਵੀ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਸੋ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਇਹ ਸਾਡੀ ਜਿਹੜੀ ਹੈ ਫਲਸਫਾ ਹੈ ਸਾਡਾ। ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ। ਹਾਂਜੀ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦਵਾਰ, ਮਤ ਹਰ ਪਿੱਛ ਪੁੱਛੈ ਕੌਣ ਹੈ, ਪਰਾ ਹਮਾਰੇ ਬਾਗ। ਸੋ ਇਹ ਗੱਲਾਂ ਵੀ ਮਰਨੇ ਦੀ ਡਰ ਨਾ ਸਾਨੂੰ ਦਵੋ। ਤੇ ਉਮਰਾਂ ਦੀ ਜਿਹੜੀ ਗੱਲ ਹੈ, ਉਮਰਾਂ ਤਾਂ ਇੱਦਾਂ ਹੀ ਚਲਦੀਆਂ ਆ ਰਹੀਆਂ ਤੇ ਹਾਂ, ਪਰ ਜਿਹੜਾ ਪ੍ਰਦੂਸ਼ਣ ਹੋ ਰਿਹਾ ਜਾਂ ਉਹਦੇ ਬਾਰੇ ਉਹ ਜ਼ਰੂਰ ਸੋਚਣਾ ਚਾਹੀਦਾ ਵੀ ਇਹ ਜਿਹੜਾ ਕਰ ਰਹੇ ਆ ਤਾਂ ਇਹਦੇ ਵਿੱਚ ਮਰੇ ਹੋਏ ਬੰਦੇ ਨੂੰ ਜੀਂਦੇ ਕਰਨ ਦੀ ਲੋੜ ਨਹੀਂ ਹੈਗੀ। ਜਿਹੜੇ ਜਿਉਂਦੇ ਆ ਉਹਨਾਂ ਨੂੰ ਕੰਮ ਕਰਨ ਦੀ ਲੋੜ ਆ, ਸੋਚਣ ਦੀ ਲੋੜ ਹੈ ਇਸ ਪਾਸੇ। ਸੋ ਇਸ ਤਰ੍ਹਾਂ ਦੀਆਂ ਉਹਨਾਂ ਨਾਲ ਬੜੀਆਂ ਗੱਲਾਂ ਜਿਹੜੀਆਂ ਹੋਈਆਂ ਏ। ਮੈਂ ਲਿਖਿਆ ਵੀ ਕਾਫੀ ਗੱਲਾਂ ਹੋਈਆਂ ਗੁਰੂ ਕਿਰਪਾ ਸਦਕਾ। ਬਹੁਤ ਸਾਰੇ ਸਵਾਲ ਮੈਂ ਗੁਰਬਾਣੀ ਅਤੇ ਗੁਰਬਾਣੀ ਵਿੱਚੋਂ ਅਤੇ ਗੁਰ ਇਤਿਹਾਸ ਵਿੱਚੋਂ ਦਿੱਤੇ। ਮੈਂ ਕੋਈ ਵੱਡਾ ਵਿਦਵਾਨ ਨਹੀਂ ਅਤੇ ਨਾ ਹੀ ਮੈਂ ਕੋਈ ਸਿਲਸਿਲੇਵਾਰ ਦੋ ਧਰਮਾਂ ਦਾ ਅਧਿਐਨ ਹੀ ਕੀਤਾ ਹੈ। ਗੁਰਸਿੱਖ ਹੋਣ ਦੇ ਨਾਤੇ ਜੋ ਮੈਂ ਸੁਣਿਆ ਸਮਝਿਆ ਸੀ ਉਹ ਕਹਿ ਦਿੱਤਾ। ਜੇ ਮੇਰੀ ਜਗ੍ਹਾ ਕੋਈ ਹੋਰ ਸਿੱਖ ਪ੍ਰਚਾਰਕ ਜਾਂ ਵਿਦਵਾਨ ਚੰਗਾ ਵਿਦਵਾਨ ਹੁੰਦਾ ਤਾਂ ਉਹ ਹੋਰ ਵੀ ਖੂਬਸੂਰਤ ਜਵਾਬ ਦਿੰਦਾ। ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਜ਼ਰੂਰ ਹੋਈ ਕਿ ਮੈਂ ਅੰਦਰੋਂ ਖਿੜ ਗਿਆ ਸੀ, ਪ੍ਰਸੰਨ ਹੋ ਗਿਆ ਮੈਂ ਅੰਦਰੋਂ। ਉਹਨਾਂ ਦੇ ਸਵਾਲਾਂ ਦੇ ਸਮੇਂ ਸਿਰ ਉੱਤਰ ਦੇ ਕੇ ਪ੍ਰਸੰਨਤਾ ਹੋਈ। ਹੁੰਦੀ ਵੀ ਕਿਉਂ ਨਾ, ਮੈਂ ਆਪਣੇ ਗੁਰੂ ਦੀ ਮਾਣ ਅਤੇ ਗੁਰ ਇਤਿਹਾਸ ਦੀ ਗੱਲ ਜੋ ਕੀਤੀ ਸੀ, ਸੱਚ ਜਾਣੋ ਬਹੁਤ ਫਖਰ ਮਹਿਸੂਸ ਹੋਇਆ। ਮੈਨੂੰ ਉਹਨਾਂ ਦੋਵਾਂ ਉੱਤੇ ਉਮਰ ਦੇ ਲਿਹਾਜ਼ ਨਾਲ ਤਰਸ ਆ ਰਿਹਾ ਸੀ, ਜੋ ਮੌਤ ਤੋਂ ਆਪ ਭੱਜ ਰਹੇ ਸੀ ਅਤੇ ਹੋਰਨਾਂ ਨੂੰ ਇਸ ਤੋਂ ਬਚਣ ਦਾ ਹੋਕਾ ਦੇ ਰਹੇ ਸੀ। ਉਹ ਜਾਂਦੇ ਹੋਏ ਮੈਨੂੰ ਪਹਿਲਾਂ ਵਾਲਾ ਪੇਪਰ ਤਾਂ ਨਹੀਂ ਦੇ ਕੇ ਗਏ, ਸਗੋਂ ਇੱਕ ਕੋਈ ਹੋਰ ਹੀ ਦੇ ਦਿੱਤਾ ਜਿਸ 'ਤੇ ਲਿਖਿਆ ਹੋਇਆ ਸੀ, ਸੁਖੀ ਪਰਿਵਾਰ ਕਾ ਰਾਜ ਕਿਆ ਹੈ, ਆਪਕੋ ਕਿਆ ਲੱਗਤਾ ਹੈ, ਪਿਆਰ, ਪੈਸਾ ਜਾਂ ਕੁਛ ਔਰ। ਇਸ ਪੇਪਰ ਉੱਤੇ ਨਾ ਹੀ ਉਹਨਾਂ ਦਾ ਕੋਈ ਨਜ਼ਦੀਕੀ ਸਰਨਾਮਾ ਸੀ ਅਤੇ ਨਾ ਹੀ ਸੰਪਰਕ ਨੰਬਰ, ਕੇਵਲ ਵੈਬਸਾਈਟ jw.org ਹੀ ਦਿੱਤੀ ਹੈ। ਖੈਰ, ਉਹਨਾਂ ਦੇ ਨਾਲ ਗੱਲ ਕਰਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਇਹ ਸਾਰੀ ਵਾਰਤਾ ਲਿਖਣੀ ਚਾਹੀਦੀ ਹੈ, ਪਰ ਜਿੰਨੀ ਖੂਬਸੂਰਤੀ ਨਾਲ ਉਹਨਾਂ ਨਾਲ ਵਿਚਾਰ ਹੋਈ ਉਸ ਨੂੰ ਮੈਂ ਹੂਬਹੂ ਤਾਂ ਨਹੀਂ ਲਿਖ ਸਕਿਆ, ਪਰ ਇਹ ਉਸ ਦੇ ਬਿਲਕੁਲ ਕਰੀਬ ਹੈ। ਸੋ ਉਹ ਗੱਲ ਜਿਹੜੀ ਹੈ ਪੂਰੀ ਜਿਹੜੀ ਬੋਲੀ ਜਾਂਦੀ ਹੈ ਉਹਨੂੰ ਦੁਬਾਰਾ ਉਸ ਤਰ੍ਹਾਂ ਨਹੀਂ ਲਿਖਿਆ ਜਾ ਸਕਦਾ, ਉਹਨੂੰ ਤਾਂ ਰਿਕਾਰਡ ਹੀ ਕੀਤਾ ਜਾ ਸਕਦਾ ਹੈ। ਸੋ ਐਸੀ ਤਾਂ ਕੋਈ ਗੱਲ ਨਹੀਂ ਸੀ ਹੈਗੀ ਵੀ ਮੈਂ ਉਸ ਨਜ਼ਰੀਏ ਦੇ ਨਾਲ ਉਹਨਾਂ ਨਾਲ ਗਿਆ ਸੀ, ਅਚਾਨਕ ਹੀ ਮੇਰੇ ਆ ਕੇ ਉਹ ਬੂਹੇ 'ਤੇ ਖੜ੍ਹ ਜਾਂਦੇ ਨੇ। ਇਸ ਤਰ੍ਹਾਂ ਉਹ ਪ੍ਰਚਾਰ ਕਰਦੇ ਨੇ, ਇਸ ਤਰ੍ਹਾਂ ਉਹ ਬੰਦੇ 'ਤੇ ਇੱਕ ਵਾਰੀ ਇਕੱਠੇ ਹੋ ਕੇ ਆਪਣਾ ਮਨ ਬਣਾਇਆ ਹੁੰਦਾ ਹੈ। ਸਾਹਮਣਾ ਬੰਦਾ ਕੋਈ ਆਉਂਦਾ ਅਤੇ ਉਹਨੂੰ ਕਹਿੰਦੇ ਵੀ ਆਹ ਦੱਸ, ਇੱਦਾਂ ਦਾ ਉਹ ਇੱਕ ਦਿੰਦੇ ਵੀ ਹਾਂ ਤੁਹਾਡੇ ਦਾ ਦਾਦਾ ਜੀ ਤੁਹਾਨੂੰ। ਮੈਨੂੰ ਪੁੱਛਿਆ ਤੁਹਾਡੇ ਸਭ ਤੋਂ ਅਜ਼ੀਜ਼ ਕੌਣ ਨੇ, ਅਤੇ ਮੇਰੇ ਅਜ਼ੀਜ਼ ਮੇਰੇ ਦਾਦਾ ਜੀ। ਦਿਮਾਗ 'ਚ ਸੋਚਿਆ ਮੈਂ, ਕਹਿੰਦੇ ਵੀ ਉਹ ਜੇ ਜੀਂਦੇ ਹੋ ਜਾਣ ਫਿਰ ਕਿਵੇਂ, ਤੁਹਾਨੂੰ ਨਹੀਂ ਲੱਗਦਾ? ਸੋ ਇੱਦਾਂ ਦੀਆਂ ਗੱਲਾਂ ਵੀ ਤੁਸੀਂ ਮੈਂ ਕਿਹਾ ਜੀ ਮੈਂ ਨਹੀਂ ਜਿਉਂਦੇ, ਮੈਨੂੰ ਨਹੀਂ ਲੱਗਦਾ, ਮੈਂ ਉਹਨਾਂ ਨੂੰ ਜੀਂਦੇ ਕਰਨਾ ਨਹੀਂ ਚਾਹੁੰਦਾ, ਬਿਲਕੁਲ ਨਹੀਂ। ਅਤੇ ਕਿਉਂਕਿ ਮੈਂ ਨਾ ਇੱਕ ਜਸਟ ਉਹਨਾਂ ਨੂੰ ਭਜਾਉਣਾ ਚਾਹੁੰਦਾ ਸੀ ਅਤੇ ਵੀ ਮੈਂ ਗੱਲ ਕਰਨ ਦੇ ਮੂਡ 'ਚ ਨਹੀਂ ਸੀ ਹੈਗਾ, ਕੰਮ ਬੜਾ ਸੀ ਹੈਗਾ। ਮੈਂ ਲਾਸਟ 'ਚ ਫਿਰ ਇਸ ਲੇਖ ਦਾ ਜਿਹੜਾ ਅੰਤ ਕੀਤਾ ਸੀ ਉਹ ਇਹ ਹੈ ਵੀ ਇਹ ਸਭ ਮੈਂ ਇੱਥੇ ਕਿਸੇ ਧਰਮ 'ਤੇ ਚੋਟ ਕਰਨ ਦੇ ਇਰਾਦੇ ਨਾਲ ਨਹੀਂ ਲਿਖ ਰਿਹਾ। ਇਹ ਸਭ ਇਸ ਲਈ ਹੈ ਕਿ ਅੱਜ ਅਸੀਂ 21ਵੀਂ ਸਦੀ ਵਿੱਚ 2000 ਸਾਲ ਪਹਿਲਾਂ ਗੁਜ਼ਰ ਚੁੱਕੇ ਲੋਕਾਂ ਨੂੰ ਜਿਉਂਦਾ ਕਰਨ ਵਿੱਚ ਲੱਗੇ ਹੋਏ ਹਾਂ। ਲੋਕ ਕਿਹੋ ਜਿਹੇ ਸਵਾਲ ਲੈ ਕੇ ਤੁਹਾਡੇ ਬੂਹੇ 'ਤੇ ਆ ਖੜ੍ਹੇ ਹੁੰਦੇ ਹਨ। ਮੇਰੇ ਸਿੱਖ ਅਤੇ ਹਿੰਦੂ ਭਰਾ, ਇੱਕ ਗੱਲ ਜਾਣ ਲਵੋ ਕਿ ਤੁਹਾਡੇ ਪੁਰਖੇ ਜੋ ਮਰ ਚੁੱਕੇ ਹਨ ਉਹ ਦੁਬਾਰਾ ਕਦੀ ਜਿਉਂਦੇ ਨਹੀਂ ਹੋਣਗੇ, ਕਿਉਂਕਿ ਤੁਸੀਂ ਉਹਨਾਂ ਦੀ ਦੇਹ ਨੂੰ ਸਾੜ ਚੁੱਕੇ ਹੋ। ਐਵੇਂ ਨਾ ਪੂਰਵਜਾਂ ਦੇ ਪਿਆਰ ਵਿੱਚ ਵਹਿ ਕੇ ਨਾਲ ਤੁਰ ਪੈਣਾ। ਬਾਕੀ ਮੁਸਲਮਾਨ ਅਤੇ ਈਸਾਈ ਭਰਾਵਾਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ, ਤੁਸੀਂ ਦਫਨਾਉਂਦੇ ਹੋ ਸਕਦਾ ਮੌਕਾ ਹੋਵੇ ਭੁੱਲਾਂ ਚੁੱਕਣ ਦੀ ਖੀਵਾ ਅਕਾਲ ਪੁਰਖ ਸਮਤ ਬਖਸ਼ੇ। ਸੋ ਇਸ ਤਰ੍ਹਾਂ ਮੈਂ ਜਿਹੜਾ ਇਹਦਾ ਐਂਡ ਕੀਤਾ ਹੈ। ਸਾਰਾ ਆਰਟੀਕਲ ਤਾਂ ਨਹੀਂ ਛਪ ਸਕਿਆ ਸੀ, ਕਿ ਨਹੀਂ ਛਪਿਆ ਉਸ ਟਾਈਮ ਲਿਖਿਆ ਸੀ। ਅਤੇ ਅੱਜ ਇਹ ਇੱਕ ਗੱਲ ਹੋਈ ਹੈ ਵੀ ਈਸਾਈ ਅਤੇ ਜਿਹੜੀ ਨਿਹੰਗ ਸਿੰਘਾਂ ਦੇ ਵਿੱਚ ਜਿਹੜੀ ਉਹ ਝੜਪ ਹੋਈ, ਅਤੇ ਉਹਦੇ 'ਤੇ ਮੈਨੂੰ ਇਹ ਗੱਲ ਯਾਦ ਆ ਗਈ ਅਤੇ ਕਿਵੇਂ ਉਹਨਾਂ ਨੇ ਮੈਨੂੰ ਟਾਰਗੇਟ ਕੀਤਾ। ਅਤੇ ਮੈਨੂੰ ਲੱਗਦਾ ਵੀ ਮੈਂ ਉਸ ਗੱਲ 'ਤੇ ਇੰਨਾ ਕੁ ਦਾਅਵੇ ਨਾਲ ਕਹਿ ਸਕਦਾ ਵੀ ਉਹ ਸੋਚਾਂ ਜ਼ਰੂਰ ਪੈ ਗਏ ਸੀ ਵੀ ਯਾਰ ਵਾਕਈ ਮੈਨੂੰ ਤਾਂ ਜਦੋਂ ਉਹਨਾਂ ਨੂੰ ਕਿਹਾ ਮੈਨੂੰ ਤਾਂ ਤਰਸ ਆ ਰਿਹਾ ਯਾਰ ਤੁਹਾਡੇ 'ਤੇ ਹੈ, ਅਤੇ ਤੁਸੀਂ ਕੀ ਕਰੀ ਜਾ ਰਹੇ ਹੋ, ਕਿੱਧਰ ਨੂੰ ਜਾ ਰਹੇ ਹੋ, ਉਮਰਾਂ ਤੁਹਾਡੀਆਂ ਬੀਤ ਚੁੱਕੇ, ਤੁਸੀਂ ਮਰਨੋਂ ਨਹੀਂ ਬਚਣਾ ਹੈਗਾ, ਚਾਹੇ ਦਫਨਾਏ ਜਾਓਗੇ, ਦਫਨਾਏ ਜਾਣਗੇ ਤੁਸੀਂ। 2000 ਸਾਲ ਬਾਅਦ ਤੁਹਾਨੂੰ ਕੋਈ ਜਿਉਂਦਾ ਕਰੇਗਾ, ਅਤੇ ਕਿਹੜੇ ਚੱਕਰਾਂ 'ਚ ਪਏ ਹੋ, ਰੱਬ ਨੂੰ ਜਾਨ ਦੇਣੀ ਹੈ ਮੈਂ ਕਿਹਾ ਤੁਸੀਂ।
ਤੇ ਲੋਕਾਂ ਨੂੰ ਕਾਹਨੂੰ ਗੁੰਮਰਾਹ ਕਰ ਰਹੇ ਹੋ। ਸੋ ਮੈਂ ਉਹਨਾਂ ਨਾਲ ਚੰਗੀ ਉਹਨਾਂ ਦੀ ਆਪਣੇ ਵੱਲੋਂ ਗੱਲਬਾਤ ਉਹਨਾਂ ਨਾਲ ਕੀਤੀ ਹੈ, ਸਿਰ ਨੀਵਾਂ ਜਿਹਾ ਕਰਕੇ। ਪਰ ਜਿਹਦੇ ਬੜੇ ਆ ਮੇਰੇ ਨਾਲ ਇੰਨੇ ਢੀਠ ਮੈਂ ਨਹੀਂ ਦੇਖੇ ਉਹ। ਮੈਂ ਉਹਨਾਂ ਨੂੰ ਵਾਰ-ਵਾਰ ਕਈ ਵਾਰ ਕਿਹਾ ਵੀ ਯਾਰ ਮੇਰਾ ਕੰਮ ਹੈ, ਮੈਂ ਕੰਮ ਕਰਨਾ, ਮੇਰੇ ਕੋਲ ਨਹੀਂ ਹੈ। ਤੁਸੀਂ ਕੋਈ ਤੁਹਾਡੇ ਘਰ ਦੀ ਆ ਕੇ ਬੈਲ ਵਜਾਵੇ, ਤੁਹਾਨੂੰ ਆਉਣਾ ਪੈਂਦਾ, ਕੋਈ ਜ਼ਰੂਰੀ ਕੋਈ ਕੰਮ ਆਇਆ, ਕੋਈ ਦਰ 'ਤੇ ਕੋਈ ਆਇਆ ਹੈ, ਕੋਈ ਤੁਹਾਡੇ ਨਾਲ ਤੁਹਾਨੂੰ ਆਉਣਾ ਹੀ ਪਏਗਾ। ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਹੈ ਤਾਂ ਮੈਂ ਜਾਂਦਾ ਹੀ ਨਾ, ਬਿਲਕੁਲ ਨਾ ਜਾਂਦਾ। ਕਿ ਪਤਾ ਹੀ ਹੈ ਗੁਰੂ ਸਾਹਿਬ ਨੇ ਨਿੱਕ ਤਾਂ ਬਖਸ਼ਿਸ਼ ਕੀਤੀ ਹੈ, ਕਿਰਪਾ ਕਰੀ ਹੈ ਕਿ ਇੰਨਾ ਗਿਆਨ ਹੋ ਗਿਆ। ਬਸ ਗੁਰੂ ਸਾਹਿਬ ਇਹ ਵੀ ਕਿਰਪਾ ਕਰ ਦੇਣ ਵੀ ਜਿਹੜਾ ਗਿਆਨ ਦਿੱਤਾ ਹੈ ਅਤੇ ਉਹਦੇ 'ਤੇ ਆਪਾਂ ਚੱਲ ਸਕੀਏ ਅਤੇ ਇਹਨਾਂ ਲੋਕਾਂ ਤੋਂ ਬਚਿਆ ਜਾ ਸਕਦਾ ਹੈ। ਅਤੇ ਤੁਸੀਂ ਬਿਲਕੁਲ ਭਾਵਨਾ ਦੇ ਵਿੱਚ ਬਹਿ ਕੇ ਆਪਣੇ ਆਹ ਜਿਹੜੇ ਕ੍ਰਿਸ਼ਮੇ ਹੈ ਨਾ, ਵੀ ਇਹਨਾਂ ਕ੍ਰਿਸ਼ਮਿਆਂ ਦੇ ਪਿੱਛੇ ਲਾ ਕੇ ਆਪਣੇ ਆਪ ਨੂੰ ਵੀ ਬੇਵਕੂਫ ਜਿਹੇ ਬਣ ਕੇ ਨਾਲ ਨਾ ਤੁਰਿਆ ਕਰੋ। ਅਤੇ ਇੱਕ ਤੇ ਉੱਪਰ ਜਿਹੜਾ ਹੈਗਾ ਇੱਕ ਉਹ ਕੋਈ ਵੀ ਹੈ ਤੁਹਾਡਾ, ਉਹਦੇ 'ਤੇ ਨਿਸ਼ਚਾ ਰੱਖੋ। ਜੇ ਤੁਹਾਨੂੰ ਉਹ ਬਚਾ ਸਕਦਾ ਨਾ ਤਾਂ ਜੇ ਹੈ ਨਾ, ਜੇ ਉਹ ਨਹੀਂ ਬਚਾ ਸਕਦਾ ਫਿਰ ਕੋਈ ਵੀ ਨਹੀਂ ਬਚਾ ਸਕਦਾ। ਅਤੇ ਇਸ ਕਰਕੇ ਇੱਕ 'ਤੇ ਨਿਸ਼ਚਾ ਰੱਖੋ, ਇੱਕ ਦੇ ਬਣੋ। ਐਵੇਂ ਥਾਂ ਥਾਂ ਖਸਮ ਬਣਾਉਣ ਦੀ ਲੋੜ ਨਹੀਂ ਹੈਗੀ। ਸੌਰੀ ਟੂ ਸੇ ਸਾਰਿਆਂ ਨੂੰ ਮੇਰੀ ਇਹ ਗੱਲ ਹੈ ਵੀ ਇੱਕ 'ਤੇ ਨਿਸ਼ਚਾ ਕਰਨਾ ਬੜਾ ਜ਼ਰੂਰੀ ਹੈ। ਆਪਣੇ ਨੂੰ ਨੀਵਾਂ ਦਿਖਾ ਕੇ ਦੂਸਰੇ ਦੀ ਉਸਤਤ ਕਰਨੀ ਕੋਈ ਚੰਗੀ ਗੱਲ ਨਹੀਂ ਹੈਗੀ। ਜੇ ਅਸੀਂ ਆਪਣੀ ਮੂਰਖਤਾ ਇਸ ਗੱਲ 'ਤੇ ਫਿਰ ਅਸੀਂ ਸਿੱਧ ਕਰਦੇ ਹਾਂ ਕਿ ਅਸੀਂ ਮੂਰਖ ਸੀ, ਇਹਦੇ ਲੜ ਲੱਗੇ ਆ, ਹੁਣ ਸਾਨੂੰ ਗਿਆਨ ਹੋ ਗਿਆ, ਚੰਗੇ ਦੇ ਲੜ ਲੱਗਣ ਲੱਗੇ ਆ। ਸੋ ਇਸ ਗੱਲਾਂ ਦਾ ਨਹੀਂ ਹੁੰਦੀ ਗੱਲ। ਜੇ ਤੁਸੀਂ ਕਿਸੇ ਦੇ ਲੜ ਲੱਗੇ ਹੋ ਤਾਂ ਉਹਨੂੰ ਚੰਗੀ ਤਰ੍ਹਾਂ ਸਮਝੋ ਆਪਣੇ ਧਰਮ ਦੇ ਵਿੱਚ ਰਹਿ ਕੇ। ਅਤੇ ਐਵੇਂ ਵਾਧੂ ਦੇ ਭਰਮ ਪਖੰਡ ਫੈਲਾ ਕੇ ਲੋਕਾਂ ਨੂੰ ਨਾਲ ਜੋੜਨ ਦੀ ਜਿਹੜੀ ਹੈ, ਮੈਨੂੰ ਨਹੀਂ ਲੱਗਦਾ ਕੋਈ ਐਸੀ ਘਟਨਾ ਇਤਿਹਾਸ ਦੇ ਵਿੱਚ ਕੋਈ ਦੱਸੇ ਵੀ ਕੋਈ ਸਿੱਖਾਂ ਨੇ ਕਿਤੇ ਇਕੱਠ ਕੀਤਾ, ਕਿਸੇ ਨੂੰ ਭਰਮਾਇਆ, ਪੈਸੇ ਦਿੱਤੇ, ਕਿਸੇ ਨੂੰ ਲਾਲਚ ਦੇ ਕੇ ਕਿਹਾ ਵੀ ਤੁਸੀਂ ਸਾਡੇ ਨਾਲ ਆ ਜਾਓ। ਸਿੱਖਾਂ ਨੇ ਜੇ ਇਕੱਠ ਕੀਤਾ ਨਾ, ਉੱਥੇ ਕਿਹਾ ਵੀ ਆਓ ਇੱਥੇ ਤੁਸੀਂ ਤੁਹਾਨੂੰ ਮੈਨੂੰ 5 ਸਿਰ ਚਾਹੀਦੇ ਆ, ਮੰਗ ਹੀ ਕੀਤੀ ਹੈ, ਦਿੱਤਾ ਨਹੀਂ ਕੁਛ ਹੈਗਾ। ਅਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ 5 ਸਿਰ ਦੇਣ ਵਾਲੀ ਮੌਤ ਤੁਹਾਨੂੰ ਗਾਲੇ ਲਾਉਣੀ ਪੈਣੀ ਹੈ। ਭਾਵੇਂ ਸੀ ਆਪਾਂ ਮਾਰਨਾ ਪੈਣਾ, ਆਪਾਂ ਭਾਵ ਮਾਰ ਕੇ ਮੇਰੇ ਕੋਲ ਆਓ, ਹਉਮੈ ਮਾਰ ਕੇ ਆਓ। ਇੱਦਾਂ ਦੀ ਇਹ ਸਿੱਖ ਤਾਂ ਇਸ ਤਰ੍ਹਾਂ ਆਪਣੇ ਨਾਲ ਜੋੜਦੇ ਨਾ। ਸਿੱਖ ਇੱਦਾਂ ਨਹੀਂ ਜੋੜਦੇ ਹੈਗੇ ਆ ਲਓ ਤੁਹਾਨੂੰ 5 ਲੱਖ ਦੇ ਦਿੱਤਾ, ਤੁਹਾਨੂੰ 4 ਲੱਖ ਦੇ ਦਿੱਤਾ, ਤੁਹਾਡਾ ਆਹ ਕਰ ਦਾਂਗੇ, ਤੁਹਾਡਾ ਆਹ ਕਰ ਦਾਂਗੇ। ਇਹਦੀਆਂ ਲੰਮੀਆਂ ਉਮਰਾਂ ਨਹੀਂ ਹੁੰਦੀਆਂ। ਇਸ ਜਿਹੜੀ ਸਿੱਖੀ ਦੀ ਖੁਸ਼ਬੂ ਹੈਗੀ ਆ ਉਹ ਵੱਖਰੀ ਹੈਗੀ ਹੈ। ਅਤੇ ਸਿੱਖਾਂ ਨੇ ਕਦੀ ਇਸ ਤਰ੍ਹਾਂ ਕਿਸੇ ਨੂੰ ਨਹੀਂ ਜੋੜਿਆ, ਆਪਣੇ ਗੁਣਾਂ ਕਰਕੇ ਜੁੜੇ ਨੇ। ਜੇ ਕੋਈ ਗੋਰਾ ਜੁੜਿਆ ਹੈ ਜਾਂ ਕੋਈ ਹਿੰਦੂ ਵੀਰ ਜੁੜਿਆ ਹੈ ਜਾਂ ਕੋਈ ਮੁਸਲਮਾਨ ਵੀਰ ਜੁੜਿਆ ਤਾਂ ਉਹਨਾਂ ਨੂੰ ਜ਼ਬਰਦਸਤੀ ਨਹੀਂ ਲਿਆਂਦਾ ਗਿਆ। ਉਹਨਾਂ ਨੇ ਪਿਆਰ ਕੀਤਾ ਸਿੱਖੀ ਨੂੰ, ਉਹਨਾਂ ਨੇ ਦੇਖਿਆ, ਸਮਝਿਆ, ਸੋਚਿਆ ਤਾਂ ਆਏ ਨੇ। ਸੋ ਇਹ ਗੱਲਾਂ ਨੂੰ ਸਾਨੂੰ ਸਮਝਣਾ ਚਾਹੀਦਾ ਹੈਗਾ। ਅਤੇ ਇਹ ਕਿਸ ਤਰ੍ਹਾਂ ਪ੍ਰਚਾਰ ਕਰਦੇ ਨੇ। ਮੇਰੇ ਤੋਂ ਇੰਨਾ ਦਬਾਅ ਸੀ ਜਿਵੇਂ ਮੈਨੂੰ ਉਹਨਾਂ ਨੇ ਇਸ ਤਰ੍ਹਾਂ ਦਾ ਇੱਕ ਢਾਂਚਾ ਉਹਨਾਂ ਨੇ ਸਿਰਜਿਆ ਹੁੰਦਾ ਵੀ ਤੁਹਾਨੂੰ ਇਹ ਦਿਖਾਉਂਦੇ ਵੀ ਲੈ ਵੀ ਤੁਹਾਡੇ ਦਾਦਾ ਜੀ, ਤੁਹਾਡੇ ਮਾਤਾ ਜੀ, ਤੁਹਾਡੇ ਪਿਤਾ ਜੀ ਜਿਹੜੇ ਹੈਗੇ ਜੀਂਦੇ ਹੋਏ ਬੈਠੇ ਨੇ ਸਾਹਮਣੇ। ਉਹ ਭਰਾ 2-2 ਹਜ਼ਾਰ ਸਾਲ ਹੋ ਗਏ, ਤੁਸੀਂ ਕਬਰਾਂ 'ਚ ਉਹਨੂੰ ਕਿਵੇਂ ਜਿੰਦਾ ਕਰ ਲਓਗੇ। ਚਲੋ ਤੁਸੀਂ ਕਰ ਸਕਦੇ ਹੋ, ਸਾਡੇ ਤਾਂ ਨਹੀਂ ਜਿੰਦੇ ਹੋ ਸਕਦੇ, ਸਾਡੇ ਤਾਂ ਅਸੀਂ ਤਾਂ ਫੂਕ ਚੁੱਕੇ ਹਾਂ ਉਹਨਾਂ ਨੂੰ, ਅਸੀਂ ਤਾਂ ਉਹਨਾਂ ਦਾ ਸੰਸਕਾਰ ਕਰ ਚੁੱਕੇ ਹਾਂ। ਸੋ ਕਿਵੇਂ ਕਿ ਸਾਡਾ ਨਹੀਂ ਹੋ ਸਕਦਾ। ਅਤੇ ਤੁਸੀਂ ਕੁਝ ਸੋਚ ਕੇ ਗੱਲ ਕਰੋ। ਮੈਂ ਬੜੀਆਂ ਆਪਣੇ ਵੱਲੋਂ ਜਿੰਨੀਆਂ ਉਹਨਾਂ ਦਾ ਹੋ ਸਕਿਆ ਮੈਂ ਗੱਲ ਕੀਤੀ, ਪਰ ਢੀਠ ਬੜੇ ਸੀ। ਅਤੇ ਇਸ ਤਰ੍ਹਾਂ ਉਹ ਆਪਣੇ ਨਾਲ ਭਰਮਾ ਲੈਂਦੇ ਨੇ। ਪਰ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਨਾਲ ਤੁਰ ਪੈਂਦੇ ਨੇ, ਉਹ ਵਿਚਾਰੇ ਫਿਰ ਇਸ ਤਰ੍ਹਾਂ ਫਸ ਜਾਂਦੇ ਨੇ। ਮੁੜ ਕੇ ਫਿਰ ਉਹ ਸਿਰ 'ਤੇ ਮੱਥੇ 'ਤੇ ਹੱਥ ਮਾਰਦੇ ਨੇ ਵੀ ਕਿੱਥੇ ਦੇ ਨਾ ਘਰ ਦੇ ਰਹਿੰਦੇ ਨਾ ਕਾਟਦੇ ਰਹਿੰਦੇ ਆ। ਸੋ ਇੱਕ 'ਤੇ ਨੀਚਾ ਰੱਖੋ। ਇਹਨਾਂ ਲੋਕਾਂ ਦਾ ਜੇ ਆਪਾਂ ਜਵਾਬ ਦੇਣਾ ਤਾਂ ਵੱਧ ਤੋਂ ਵੱਧ ਆਪਣੇ ਧਰਮ ਨੂੰ ਜਾਣੋ, ਆਪਣੇ ਧਰਮ ਨੂੰ ਜਾਣੋ ਅਤੇ ਭਰਮ ਦੇ ਵਿੱਚ ਨਾ ਪਓ, ਪਖੰਡਾਂ ਮਗਰ ਨਾ ਲੱਗੋ। ਅਤੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਸੋਚੋ, ਕੁਝ ਸੋਚੋ ਕਿਵੇਂ ਇਹ ਪਖੰਡ ਦਾ ਕਿਵੇਂ ਸਾਹਮਣਾ ਕਰਨਾ ਹੈ। ਉਹਨਾਂ ਆਪਣੇ ਆਪ ਨੂੰ ਕਾਬਲ ਬਣਾਓ, ਸਭ ਕੁਝ ਕਰ ਸਕਦੇ ਹੋ ਤੁਸੀਂ, ਪਰ ਕਿਉਂ ਨਹੀਂ ਕਰ ਰਹੇ, ਕਿੱਥੇ ਤੁਹਾਡੇ ਤੋਂ ਕਮੀ ਰਹਿ ਰਹੀ ਉਹਨੂੰ ਚੀਜ਼ ਨੂੰ ਦੇਖੋ। ਬੜਾ ਜ਼ਰੂਰੀ ਹੈ। ਜਦੋਂ ਸਮਾਂ ਨਿਕਲ ਜਾਂਦਾ ਫਿਰ ਇਹੋ ਜਿਹੇ ਕਾਰਜ ਹੋ ਰਹੇ ਨੇ ਤਾਂ ਹੁਣ ਜਿਹੜੇ ਨਿਹੰਗ ਸਿੰਘ ਹੈ, ਫਿਰ ਉਹ ਜਿਹੜੇ ਸਿੱਖ ਹੈ ਜਿਹੜੇ ਉਹ ਫਿਰ ਰੋਹ ਚਾਹੁੰਦੇ ਨੇ। ਗੁੱਸਾ ਤੁਹਾਡਾ ਵੀ ਹੈ, ਗੁੱਸਾ ਉਹਨਾਂ ਦਾ ਜਾਇਜ਼ ਵੀ ਲੱਗਦਾ ਵੀ ਸਾਡੀਆਂ ਸੰਸਥਾਵਾਂ ਕੁਛ ਨਹੀਂ ਕਰ ਰਹੀਆਂ ਤਾਂ ਕੀ ਕੀਤਾ ਜਾ ਸਕੇ। ਤਾਂ ਫਿਰ ਉਹ ਲਾਸਟ ਵਾਲਾ ਜਿਹੜਾ ਓਪਸ਼ਨ ਹੈਗੇ ਵੀ ਜਬ ਆਪ ਕੀ ਓਦ ਨਿਦਾਨ ਬਣੇ ਅਤ ਹੀ ਰਨ ਮੈਂ ਤਬ ਜੂਝ ਮਰੋ, ਉੱਥੇ ਆ ਜਾਂਦੇ ਆ। ਅੱਜ ਵੀ ਹੁਣ ਜੂਝ ਮਰਨੇ ਦੀ ਗੱਲ ਹੈ। ਜੇ ਸਾਹਮਣੇ ਕੋਈ ਤਲਵਾਰ ਲੈ ਕੇ ਆ ਰਿਹਾ ਤਾਂ ਹੀ ਆਪਾਂ ਨੂੰ ਤਲਵਾਰ ਚੁੱਕਣੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਨਾਲ ਸੰਵਾਦ ਕਰਨਾ ਚਾਹੀਦਾ। ਸੰਵਾਦ ਵੀ ਵੱਡੇ ਪੱਧਰ 'ਤੇ ਅਤੇ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕੀਤੀ ਜਾਵੇ ਅਤੇ ਉਹਨਾਂ ਨੂੰ ਉਸ ਤਰੀਕੇ ਦਾ ਜਵਾਬ ਦਿੱਤਾ ਜਾਵੇ। ਉਹਨਾਂ ਦੇ ਜਿਹੜੇ ਵਹਿਮ ਭਰਮ ਨੇ ਉਹਨਾਂ ਨੂੰ ਜਿਹੜੇ ਉਹ ਪਖੰਡ ਫੈਲਾ ਰਹੇ ਨੇ ਉਹਨਾਂ ਨੂੰ ਪਖੰਡਾਂ ਦਾ ਜਿਹੜਾ ਹੈਗਾ ਮੂੰਹ ਤੋੜ ਜਵਾਬ ਦਿੱਤਾ ਜਾਵੇ। ਜਿਵੇਂ ਗਿਆਨੀ ਦਿੱਤ ਸਿੰਘ ਜੀ ਨੇ ਆਰੀਆ ਸਮਾਜੀਆਂ ਦੇ ਮੁਖੀ ਦਾ ਦਿੱਤਾ ਸੀ। ਸਾਡੇ ਕੋਲ ਵਿਦਵਾਨ ਬਹੁਤ ਨੇ, ਗੁਰੂ ਕਿਰਪਾ ਨਾਲ ਉਹਨਾਂ ਨੂੰ ਸੰਭਾਲਿਆ ਜਾਵੇ, ਉਹਨਾਂ ਨੂੰ
ਉਹਨਾਂ ਨੂੰ ਇੱਕਦਮ ਨਾ ਸਾਡਾ ਜਿਹੜਾ ਬਣਿਆ ਹੋਇਆ ਵੀ ਹਾਂ ਜੀ ਇੱਕ ਦੇ ਮਗਰ ਲਾ ਕੇ, ਇੱਕ ਸਿਆਸੀ ਪਾਰਟੀ ਦੇ ਮਗਰ ਲਾ ਕੇ ਤੇ ਜਾ ਕੇ ਫਲਾਣੇ ਨੂੰ ਪੰਥ ਤੋਂ ਛੇਕ ਦਿਓ, ਫਲਾਣੇ ਨੂੰ ਇਹ ਕਰ ਦਿਓ, ਫਲਾਣੇ ਦੇ ਮਗਰ ਪੈ ਜਾਓ, ਫਲਾਣੇ ਤੇ ਗੋਲੀਆਂ ਚਲਾ ਦਿਓ, ਇਹੋ ਜਿਹੇ ਕੰਮਾਂ ਤੋਂ ਨਿਕਲੋ ਤੇ ਇੱਕ ਪਲੇਟਫਾਰਮ ਤੇ ਜਿਹੜੇ ਹੈਗੇ ਸਿੱਖ ਧਰਮ ਨੂੰ ਇਕੱਠਾ ਕਰੋ ਤਾਂ ਜੋ ਇਹ ਸਿੱਖੀ ਦਾ ਪ੍ਰਚਾਰ ਹੋ ਸਕੇ ਤੇ ਇਹੋ ਜਿਹੇ ਜਿਹੜੀਆਂ ਘਟਨਾਵਾਂ ਹੁੰਦੀਆਂ ਇਹਨਾਂ ਤੋਂ ਬਚਿਆ ਜਾ ਸਕੇ। ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ, ਕਿਵੇਂ ਦੀ ਲੱਗੀ ਤੁਹਾਨੂੰ ਇਹ ਸਾਰੀ ਵਾਰਤਾਲਾਪ, ਜ਼ਰੂਰ ਤੁਸੀਂ ਮੈਸੇਜ ਬਾਕਸ ਦੇ ਵਿੱਚ ਆਪਣੀ ਰਾਏ ਦੇਣਾ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।